वाहिगुरु जी का खालसा वाहिगुरु जी की फतेह। आप सरबत संगतां दा बहुत बहुत धन्नवाद जो आप अज दी शाम दी क्लास दे अंदर जो लड़ीवार गुरु ग्रंथ साहिब जी दी अमृतमई बाणी दी आपां संथ्या अर्थां समेत कर रहे हैं। उस क्लास के अंदर आप जी अपनी हाजरी लवा रहे हो। तो सतगुरु कृपा करन रहमत करन। कल तक आप जी ने इस माझ राग दे अंदर जो कुल 21 अष्टपदियां हैं इन्हां दी संथ्या आप जी ने कर ली है। अज असी पावन गुरु ग्रंथ साहिब जी दे अंग 122 तो माझ महला तीजा तीसरे पातशाह गुरु अमरदास साहब सच्चे सतगुरां दी जो अमृतमई बाणी है उन्हां दीयां अष्टपदियां हन उहदी संथ्या अर्थां समेत आपां अगे आरंभ करांगे। सो आप जी ने भी कृपा करनी। सब तो पहला करो गुरफतेह दी सांझ। वाहिगुरु जी का खालसा वाहिगुरु जी की फतेह। माझ महला तीजा। माझ इस राग का नाम है जिस राग के अंदर ये अमृतमई बाणी दर्ज है। महला तीजा भाव तीसरे नानक गुरु अमरदास साहब सच्चे पातशाह साहिबां दी अमृतमई ये बाणी उन्हां दे मुखारबिंद तो उचारण कीती है। गुरु साहब जी ने पहली जो पंक्ति है सच्चा सेवी सच सा लाही। सच्चा वो जिहड़ा परमात्मा है वो वाहिगुरु है वो सच्चा है जिन्हों गुरु नानक साहब जी ने आद सच किया जुगाद सच किया फिर कह दिता है भी सच नानक होसी भी सच। ਉਹਦੇ ਲਈ ਇੱਥੇ ਸ਼ਬਦ ਸੱਚਾ ਵਰਤਿਆ ਗਿਆ। ਸੱਚਾ ਸੇਵੀ ਸੱਚ ਸਾਲਾਹੀ ਕਹਿੰਦੇ ਮੈਂ ਸਦਾ ਉਹ ਥਿਰ ਰਹਿਣ ਵਾਲਾ ਪਰਮਾਤਮਾ ਜਿਹੜਾ ਹੈ ਉਹਦੀ ਸੇਵਾ ਕਰਦਾ ਉਹਦਾ ਸਿਮਰਨ ਕਰਦਾ ਤੇ ਸੱਚ ਸਾਲਾਹੀ ਮੈਂ ਉਸ ਸੱਚੇ ਪਰਮਾਤਮਾ ਦੀ ਹੀ ਸਿਫਤ ਸਲਾਹ ਕਰਦਾ ਹਾਂ। ਸੱਚਾ ਨਾਏ ਦੁੱਖ ਕਬ ਹੀ ਨਾਹੀ। ਫਿਰ ਬਾਦਸ਼ਾਹ ਜੀ ਨੇ ਆਖਿਆ ਕਹਿੰਦੇ ਸੱਚੇ ਨਾਮ ਨਾਲ ਜਿਹੜਾ ਉਸ ਪਰਮਾਤਮਾ ਦੇ ਸੱਚੇ ਨਾਮ ਨਾਲ ਜੁੜ ਜਾਂਦਾ ਹੈ ਨਾ ਦੁੱਖ ਕਬ ਹੀ ਨਾ ਹੀ। ਉਹਨੂੰ ਜੀਵਨ ਦੇ ਅੰਦਰ ਉਹਦੀ ਜ਼ਿੰਦਗੀ ਦੇ ਅੰਦਰ ਉਹਨੂੰ ਕਦੇ ਵੀ ਕੋਈ ਦੁੱਖ ਕੋਈ ਤਕਲੀਫ ਜਿਹੜਾ ਹੈ ਤਕਲੀਫ ਜਿਹੜੀ ਉਹਦੇ ਨੇੜੇ ਨਹੀਂ ਆਉਂਦੀ। ਜਿਹੜਾ ਸੱਚੇ ਨੂੰ ਸੇਵਦਾ ਹੈ ਸੱਚੇ ਦੀ ਸਿਫਤ ਸਲਾਹ ਕਰਦਾ ਹੈ ਪਾਤਸ਼ਾਹ ਨੇ ਆਖਿਆ ਜਿਹੜਾ ਪਰਮਾਤਮਾ ਦੇ ਸੱਚੇ ਨਾਮ ਦੇ ਨਾਲ ਜੁੜਦਾ ਉਹਨੂੰ ਕਦੇ ਵੀ ਦੁੱਖ ਨਹੀਂ ਲੱਗਦਾ। ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ। ਜਿਹੜੇ ਸੁਖ ਦਾਤਾ ਸੇਵਨ ਸੁੱਖਾਂ ਦੇ ਦਾਤੇ ਜਿਹੜਾ ਸਾਰੇ ਸੁੱਖ ਦਿੰਦਾ ਹੈ ਸੁਖ ਦਾਤਾ ਸੇਵਨ ਸੁਖ ਪਾਇਨ। ਅਸਲ ਦੇ ਅੰਦਰ ਜਿਹੜੇ ਸੁੱਖਾਂ ਦੇ ਦਾਤੇ ਨੂੰ ਸਿਮਰਦੇ ਨੇ ਨਾ ਉਹੀ ਆਪਣੀ ਜ਼ਿੰਦਗੀ ਦੇ ਅੰਦਰ ਸੁੱਖ ਪ੍ਰਾਪਤ ਕਰਦੇ ਹਨ। ਗੁਰਮਤਿ ਮਨ ਵਸਾਵਣਿਆ ਤੇ ਗੁਰੂ ਦੀ ਮੱਤ ਲੈ ਕੇ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਅੰਦਰ ਆਪਣੇ ਚਿੱਤ ਦੇ ਅੰਦਰ ਉਹ ਵਸਾਈ ਰੱਖਦੇ ਨੇ। ਫਿਰ ਸੁਖ ਦਾਤਾ ਸੇਵਨ ਸੁਖ ਪਾਇਨ ਗੁਰਮਤਿ ਮਨ ਵਸਾਵਣਿਆ। ਹਉ ਵਾਰੀ ਜੀਓ ਵਾਰੀ ਸੁਖ ਸਹਿਜ ਸਮਾਧ ਲਗਾਵਣਿਆ। ਫਿਰ ਮੇਰੇ ਪਾਤਸ਼ਾਹ ਜੀ ਨੇ ਅੱਗੇ ਜਿਹੜਾ ਰਹਾਉ ਦਾ ਬੰਦ ਹੈ ਉਹਦੇ ਅੰਦਰ ਆਖਿਆ ਹਉ ਵਾਰੀ ਜੀਓ ਵਾਰੀ ਮੈਂ ਉਹਨਾਂ ਤੋਂ ਸਦਾ ਵਾਰੀ ਜਾਨਾ ਕੁਰਬਾਨ ਜਾਨਾ ਸਦਕੇ ਜਾਨਾ ਉਹਨਾਂ ਤੋਂ ਸੁਖ ਸਹਿਜ ਸਮਾਧ ਲਗਾਵਣਿਆ। ਜਿਹੜੇ ਇਨਸਾਨ ਆਤਮਿਕ ਅਡੋਲਤਾ ਵਿੱਚ ਟਿਕ ਕੇ ਆਤਮਿਕ ਆਨੰਦ ਦੀ ਜਿਹੜੀ ਸਮਾਧੀ ਹੈ ਨਾ ਉਹਦੇ ਅੰਦਰ ਟਿਕੇ ਰਹਿੰਦੇ ਨੇ। ਸੁਖ ਸਹਿਜ ਸਮਾਧ ਲਗਾਵਣਿਆ ਜਿਹੜੇ ਉਸ ਸੱਚੇ ਪਰਮਾਤਮਾ ਦੇ ਰਹਿਮਤ ਦੇ ਨਾਲ ਕਿਰਪਾ ਦੇ ਨਾਲ ਸਦਾ ਉਹਦੀ ਬੰਦਗੀ ਦੇ ਅੰਦਰ ਜੁੜੇ ਰਹਿੰਦੇ ਨੇ। ਪਾਤਸ਼ਾਹ ਨੇ ਆਖਿਆ ਮੈਂ ਉਹਨਾਂ ਤੋਂ ਸਦਾ ਵਾਰੀ ਮੈਂ ਉਹਨਾਂ ਤੋਂ ਸਦਾ ਕੁਰਬਾਨ ਹਾਂ। ਜੋ ਹਰ ਸੇਵ ਹੈ ਸੇ ਸਦਾ ਸੋਹ ਹੈ ਸ਼ੋਭਾ ਸੁਰਤ ਸੁਹਾਵਣਿਆ। ਆਖਿਆ ਜੋ ਹਰ ਸੇਵਾ ਹੈ ਜਿਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਨੇ ਸੇ ਸਦਾ ਸੋਹੇ ਉਹ ਸਦਾ ਸੋਹਣੇ ਜੀਵਨ ਵਾਲੇ ਬਣ ਜਾਂਦੇ ਨੇ। ਅਸਲ ਦੇ ਅੰਦਰ ਇਹਦੇ ਅਰਥ ਬੜੇ ਸਪਸ਼ਟ ਬੜੇ ਸਿੱਧੇ ਨੇ। ਜੋ ਹਰ ਸੇਵ ਹੈ ਜਿਹੜੇ ਪਰਮਾਤਮਾ ਨੂੰ ਸਿਮਰਦੇ ਨੇ ਸੇ ਸਦਾ ਸੋਹ ਹੈ ਅਸਲ ਦੇ ਅੰਦਰ ਉਹ ਸਦਾ ਸ਼ੋਭਾ ਪਾਉਂਦੇ ਨੇ ਉਹਦੇ ਦਰ ਤੇ ਉਹਦੇ ਘਰ ਤੇ। ਸ਼ੋਭਾ ਸੁਰਤ ਸੁਹਾਵਣਿਆ ਉਹਨਾਂ ਦੀ ਸੁਰਤ ਸਦਾ ਉਹਨਾਂ ਦੀ ਸ਼ੋਭਾ ਉਹਨਾਂ ਦੀ ਸੁਰਤ ਜਿਹੜੀ ਉਹ ਸਦਾ ਪਰਮਾਤਮਾ ਦੇ ਅੰਦਰ ਟਿਕੀ ਰਹਿੰਦੀ ਹੈ।
ਉਹ ਸੋਹਣੇ ਲੱਗਦੇ ਨੇ, ਉਹ ਸ਼ੋਭਦੇ ਨੇ ਉਸ ਪ੍ਰਮਾਤਮਾ ਦੇ ਦਰ ਤੇ ਜਾ ਕੇ। ਰਹਾਓ। ਫਿਰ ਵਿਸ਼ਰਾਮ ਦੇ ਕੇ ਮੇਰੇ ਪਾਤਸ਼ਾਹ ਨੇ ਆਖਿਆ, ਸਭ ਕੋ ਤੇਰਾ ਭਗਤ ਕਹਾਏ, ਸੇਈ ਭਗਤ ਤੇਰਾ ਮਨ ਭਾਏ। ਸੱਚ ਬਾਣੀ ਤੁਦੈ ਸਾਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਤੇਰਾ ਭਗਤ ਕਹਾਏ। ਅਸਲ ਵਿੱਚ ਨਾ ਸਭ ਕੋ ਭਾਵ ਹਰ ਇੱਕ ਇਨਸਾਨ ਜਿਹੜਾ ਹੈ ਨਾ, ਉਹ ਆਪਣੇ ਆਪ ਨੂੰ ਤੇਰਾ ਭਗਤ ਕਹਿੰਦਾ ਹੈ। ਹਰ ਇਨਸਾਨ ਦੇ ਮਨ ਦੇ ਅੰਦਰ ਇੱਕ ਗੱਲ ਬਣ ਗਈ ਕਿ ਮੈਂ ਉਸ ਪਰਮਾਤਮਾ ਦਾ ਭਗਤ ਹਾਂ। ਪਰ ਅੱਗੇ ਕਹਿ ਦਿੱਤਾ, ਸੇਈ ਭਗਤ ਤੇਰਾ ਮਨ ਪਾਏ। ਪਰ ਅਸਲ ਦੇ ਅੰਦਰ ਉਹ ਪਰਮਾਤਮਾ ਤੇਰੇ ਭਗਤ ਨੇ, ਜਿਹੜੇ ਤੇਰੇ ਮਨ ਨੂੰ ਭਾਉਂਦੇ ਨੇ, ਜਿਹੜੇ ਤੈਨੂੰ ਮੈਂ ਕਹੀ ਜਾਵਾਂ ਮੈਂ ਉਸ ਪਰਮਾਤਮਾ ਦਾ ਭਗਤ ਹਾਂ, ਮੈਂ ਉਸ ਪਰਮਾਤਮਾ ਦੀ ਬੰਦਗੀ ਕਰਨ ਵਾਲਾ। ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ, ਅਸਲ ਦੇ ਅੰਦਰ ਜਿਹੜੇ ਉਹਨੂੰ ਭਾ ਜਾਂਦੇ ਨੇ ਨਾ, ਜਿਹੜੇ ਉਹਨੂੰ ਚੰਗੇ ਲੱਗਦੇ ਨੇ, ਸੇਈ ਭਗਤ ਤੇਰਾ ਮਨ ਪਾਏ। ਜਿਹੜੇ ਤੇਰੇ ਮਨ ਨੂੰ ਭਾ ਜਾਂਦੇ ਨੇ, ਕਹਿੰਦੇ ਅਸਲ ਦੇ ਅੰਦਰ ਉਹੀ ਭਗਤ ਹਨ। ਸੱਚ ਬਾਣੀ ਤੁਦੈ ਸਾਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਆਖਿਆ ਸੱਚ ਬਾਣੀ ਤੁਦੈ ਸਲਾਹਨ, ਇਹ ਵਾਹਿਗੁਰੂ ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ ਸਥਿਰ ਰਹਿਣ ਵਾਲੇ ਨੂੰ ਸਲਾਹੁੰਦੇ ਨੇ, ਤੇਰੀ ਸਿਫਤ ਸਲਾਹ ਕਰਦੇ ਨੇ। ਭਾਵ ਸੱਚ ਬਾਣੀ ਤੁਦੈ ਸਲਾਹਨ, ਸੱਚ ਹੈ ਪ੍ਰਮਾਤਮਾ, ਤੇਰੀ ਬਾਣੀ ਦੀ ਰਾਹੀਂ ਉਹ ਤੇਰੀ ਸਿਫਤ ਸਲਾਹ ਕਰਦੇ ਨੇ। ਤੇਰੀ ਬਾਣੀ ਦੀ ਰਾਹੀਂ ਉਹ ਤੇਰੇ ਨਾਮ ਵਿੱਚ ਜੁੜੇ ਰਹਿੰਦੇ ਨੇ। ਰੰਗ ਰਾਤੇ ਭਗਤ ਕਰਾਵਣੇ, ਰੰਗ ਰਾਤੇ ਜਿਹੜੇ ਤੇਰੇ ਪ੍ਰੇਮ ਰੰਗ ਵਿੱਚ ਰਤੇ ਹੋਏ ਨੇ, ਅਸਲ ਦੇ ਅੰਦਰ ਉਹੀ ਤੇਰੀ ਭਗਤੀ ਕਰਦੇ ਨੇ, ਉਹੀ ਤੇਰੀ ਬੰਦਗੀ ਕਰਦੇ ਨੇ। ਫਿਰ ਮੇਰੇ ਪਾਤਸ਼ਾਹ ਜੀ ਨੇ ਜਿਹੜੇ ਅਗਲੇ ਬਚਨ ਕਹੇ, ਆਖਿਆ ਸਭ ਕੋ ਸੱਚੇ ਹਰ ਜੀਓ ਤੇਰਾ, ਗੁਰਮੁਖ ਮਿਲੈ ਤਾਂ ਚੂਕੈ ਫੇਰਾ। ਜਾ ਤੁਧ ਭਾਵੈ ਤਾਂ ਨਾਏ ਰਚਾਵਹਿ, ਤੂੰ ਆਪੇ ਨਾਉ ਜਪਾਵਣਿਆ। ਸਭ ਕੋ ਸੱਚੇ ਹਰ ਜੀਓ ਤੇਰਾ, ਇਹ ਪ੍ਰਮਾਤਮਾ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਜੀਓ, ਹਰੇਕ ਜੀਵ ਜਿਹੜਾ ਹੈ ਨਾ, ਹਰ ਜੀਓ ਤੇਰਾ, ਉਹ ਤੇਰਾ ਹੀ, ਤੇਰਾ ਪੈਦਾ ਕੀਤਾ, ਤੇਰਾ ਸਾਜਿਆ, ਤੂੰ ਹੀ ਉਹਨੂੰ ਬਣਾਇਆ ਹੈ। ਗੁਰਮੁਖ ਮਿਲੈ ਤਾਂ ਚੂਕੈ ਫੇਰਾ। ਪਰ ਜਦੋਂ ਕਿਸੇ ਨੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਤੇਰਾ ਨਾਮ ਮਿਲਦਾ ਹੈ ਨਾ, ਗੁਰਮੁਖ ਮਿਲੈ, ਜਾਂ ਜਿਹੜਾ ਗੁਰੂ ਦੀ ਰਾਹੀਂ ਤੈਨੂੰ ਮਿਲ ਪੈਂਦਾ ਹੈ, ਜਿਹਦੇ ਉੱਪਰ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਨੇ ਰਹਿਮਤ ਕਰ ਦਿੱਤੀ, ਤੇ ਜਿਹੜਾ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ ਦੇ ਨਾਲ ਤੈਨੂੰ ਮਿਲ ਪੈਂਦਾ ਹੈ ਨਾ, ਆਖਿਆ ਕਹਿੰਦੇ ਤਾਂ ਚੂਕੈ ਫੇਰਾ। ਅਸਲ ਵਿੱਚ ਉਹਦਾ ਜਨਮ ਮਰਨ ਦਾ ਜਿਹੜਾ ਫੇਰਾ ਹੈ ਨਾ, ਉਹ ਸਦਾ ਦੇ ਵਾਸਤੇ ਖਤਮ ਹੋ ਜਾਂਦਾ ਹੈ। ਉਹ ਹਮੇਸ਼ਾ ਲਈ ਤੇਰੇ ਵਿੱਚ ਟਿਕ ਜਾਂਦਾ ਹੈ। ਜਾ ਤੁਧ ਭਾਵੈ ਤਾਂ ਨਾਏ ਰਚਾਵਹਿ, ਤੂੰ ਆਪੇ ਨਾਉ ਜਪਾਵਣਿਆ। ਜਾ ਤੁਧ ਭਾਵੈ ਤਾਂ ਨਾਏ ਰਚਾਏ। ਜਾ ਤੁਧ ਜਿਹੜਾ ਤੈਨੂੰ ਚੰਗਾ ਲੱਗਦਾ ਹੈ ਨਾ, ਤੇਰੀ ਰਜ਼ਾ ਵਿੱਚ ਆਉਂਦਾ ਹੈ, ਤੂੰ ਉਹਨੂੰ ਆਪਣੇ ਨਾਮ ਨਾਲ ਫਿਰ ਜੋੜ ਦੇਣਾ ਹੈ। ਪ੍ਰਮਾਤਮਾ ਤੂੰ ਆਪੇ ਨਾਉ ਜਪਾਵਣਿਆ। ਫਿਰ ਤੂੰ ਆਪ ਕਿਰਪਾ ਕਰਕੇ, ਤੂੰ ਆਪ ਰਹਿਮਤ ਕਰਕੇ ਉਹਨੂੰ ਆਪਣਾ ਜਿਹੜਾ ਨਾਂ ਹੈ ਨਾ, ਉਹ ਤੂੰ ਜਪਾ ਲੈਣਾ ਹੈ। ਤੂੰ ਆਪ ਉਹਦੇ ਕੋਲੋਂ ਆਪਣਾ ਨਾਮ ਜਪਾਉਣਾ ਹੈ, ਪਰ ਜਿਹਦੇ ਉੱਤੇ ਤੂੰ ਕਿਰਪਾ ਕਰਦਾ ਹੈ, ਤੂੰ ਰਹਿਮਤ ਕਰਦਾ ਹੈ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਗ ਸਭ ਮੋਹ ਗਵਾਇਆ। ਇਕਸ ਸਿਉ ਲਿਵ ਲਾਗੀ ਸਦ ਹੀ, ਇੱਥੇ ਸਦ ਹੀ ਤੇ ਵਿਸ਼ਰਾਮ ਹੋਣਾ ਹੈ। ਫਿਰ ਸੁਣਿਓ ਧਿਆਨ ਨਾਲ, ਇਕਸ ਸਿਉ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ। ਹਰਖ ਸੋਗ ਸਭ ਮੋਹ ਗਵਾਇਆ। ਉਹ ਇਨਸਾਨ ਜਿਹੜਾ ਪਰਮਾਤਮਾ ਦੀ ਬੰਦਗੀ ਵਿੱਚ ਜੁੜ ਗਿਆ, ਜਿਹਨੂੰ ਪਰਮਾਤਮਾ ਮਿਲ ਗਿਆ, ਗੁਰੂ ਸਾਹਿਬ ਕਹਿੰਦੇ ਉਹਨੇ ਹਰਖ, ਖੁਸ਼ੀ, ਸੋਗ ਤੇ ਮੋਹ, ਅਸਲ ਦੇ ਅੰਦਰ ਇਹ ਸਭ ਕੁਝ ਉਹਦੇ ਕੋਲੋਂ ਦੂਰ ਹੋ ਜਾਂਦਾ ਹੈ। ਉਹ ਫਿਰ ਇਹਨਾਂ ਦੇ ਵਿੱਚ ਖਚਤ ਨਹੀਂ ਹੁੰਦਾ, ਇਹਨਾਂ ਦੇ ਵਿੱਚ ਗਲਤਾਨ ਨਹੀਂ ਹੁੰਦਾ, ਨਾ ਉਹਨੂੰ ਖੁਸ਼ੀ ਹੈ, ਨਾ ਸੋਗ ਹੈ, ਨਾ ਉਹਨੂੰ ਕਿਸੇ ਦਾ ਮੋਹ ਹੈ। ਉਹ ਇਹਨਾਂ ਸਾਰਿਆਂ ਤੋਂ ਉਪਰਾਮ ਹੋ ਜਾਂਦਾ ਹੈ। ਇਕਸ ਸਿਉ, ਸੱਚੇ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਗੁਰਮਤੀ ਹਰ ਮਨ ਵਸਾਇਆ। ਜਿਹਨੇ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਨ ਵਿੱਚ ਵਸਾ ਲਿਆ, ਉਹਨੇ ਆਪਣਾ ਹਰਖ ਸੋਗ ਸਦਾ ਲਈ ਗਵਾਇਆ। ਇੱਕ ਸਿਉ ਲਿਵ ਲਾਗੀ ਸਦ ਹੀ, ਹਰ ਨਾਮ ਮਨ ਵਸਾਵਣਿਆ। ਕਹਿੰਦੇ ਇੱਕ ਸਿਉ, ਉਸ ਪਰਮਾਤਮਾ ਦੀ ਲਿਵ ਜਿਹੜੀ ਹੈ ਨਾ, ਉਹ ਇੱਕੋ ਪਰਮਾਤਮਾ ਦੇ ਨਾਲ ਲੱਗ ਗਈ। ਫਿਰ ਸਦ ਹੀ, ਸਦ ਹੀ ਦਾ ਅਰਥ ਹੈ ਸਦਾ ਵਾਸਤੇ, ਹਮੇਸ਼ਾ ਵਾਸਤੇ। ਕਹਿੰਦੀ ਉਹਦੀ ਲਿਵ ਜਿਹੜੀ ਇੱਕੋ ਪਰਮਾਤਮਾ ਨਾਲ ਲੱਗ ਗਈ। ਹਰ ਨਾਮ ਮਨ ਵਸਾਵਣਿਆ। ਉਹ ਇਨਸਾਨ, ਉਹ ਜੀਵ ਫਿਰ ਆਪਣੇ ਮਨ ਦੇ ਅੰਦਰ ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਨਾ, ਉਹਨੂੰ ਹਮੇਸ਼ਾ ਦੇ ਵਾਸਤੇ ਵਸਾ ਕੇ ਰੱਖਦਾ, ਹਮੇਸ਼ਾ ਲਈ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਅੰਦਰ ਟਿਕਾ ਲੈਂਦਾ ਹੈ।
ਅੱਗੇ ਸਤਿਗੁਰਾਂ ਨੇ ਆਖਿਆ, ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨਾਉ ਨਿਧ ਨਾਮ ਵਸਿਆ ਮਨ ਆਏ। ਪੂਰੇ ਭਾਗ ਸਤਿਗੁਰ ਪਾਇਆ, ਸਬਦੇ ਮੇਲ ਮਿਲਾਵਣਿਆ। ਕਹਿੰਦੇ ਭਗਤ ਰੰਗ ਰਾਤੇ ਸਦਾ ਤੇਰੇ ਚਾਏ। ਭਗਤ ਇੱਥੇ ਬਹੁ ਵਚਨ ਹੈ, ਥੋੜਾ ਧਿਆਨ ਨਾਲ ਵੇਖਿਓ। ਮੈਂ ਉੱਪਰ ਤੁਹਾਨੂੰ ਦਿਖਾ ਰਿਹਾ, ਆ ਜਿਹੜਾ ਭਗਤ ਸ਼ਬਦ ਹੈ ਨਾ, ਆਹ ਵਾਲਾ ਦੇਖੋ, ਆਹ ਭਗਤ ਹੈ, ਇਹਦੇ ਤੱਤੇ ਨੂੰ ਔਂਕੜ ਹੈ ਇੱਥੇ, ਪਰ ਜਿਹੜਾ ਅੱਜ ਆਇਆ ਨਾ ਭਗਤ ਆਹ ਵਾਲਾ, ਇਹ ਮੁਕਤਾ ਹੈ। ਦੇਖੋ ਕੁਛ ਵੀ ਨਹੀਂ ਹੈ ਇਹਦੇ। ਉਹ ਜਿਹੜਾ ਔਂਕੜ ਹੈ ਉਹਦਾ ਅਰਥ ਇੱਕ ਭਗਤ ਦੀ ਗੱਲ ਕੀਤੀ ਹੈ, ਇੱਕ ਸਿੰਗੂਲਰ ਪਰਸਨ ਦੀ ਗੱਲ ਹੈ। ਇੱਥੇ ਜਿਹੜਾ ਭਗਤ ਸ਼ਬਦ ਹੈ ਇਹਨੂੰ ਔਂਕੜ ਨਹੀਂ ਹੈ, ਇਸ ਕਰਕੇ ਇਹਦਾ ਅਰਥ ਹੈ ਕਿ ਇਹ ਬਹੁ ਵਚਨ ਹੈ। ਅੱਗੇ ਵੀ ਇੱਥੇ ਵੀ ਆਇਆ ਦੇਖੋ, ਆ ਭਗਤ, ਇਹ ਜਿਹੜਾ ਹੈ ਇਹ ਬਹੁ ਵਚਨ ਹੈ। ਜਦੋਂ ਇੱਥੇ ਹੀ ਤੱਤੇ ਨੂੰ ਸਿਹਾਰੀ ਆ ਜਾਏਗੀ ਨਾ ਇਸੇ ਜਗ੍ਹਾ ਤੇ ਉਹਦਾ ਅਰਥ ਫਿਰ ਬਣ ਜਾਂਦਾ ਹੈ ਭਗਤੀ, ਪਰਮਾਤਮਾ ਦੀ ਭਗਤੀ, ਪਰਮਾਤਮਾ ਦੀ ਬੰਦਗੀ। ਇੱਥੇ ਸਤਿਗੁਰਾਂ ਨੇ ਆਖਿਆ, ਕਹਿੰਦੇ ਭਗਤ ਰੰਗ ਰਾਤੇ ਸਦਾ ਤੇਰੇ ਚਾਏ। ਇਹ ਪ੍ਰਮਾਤਮਾ ਤੇਰੇ ਭਗਤ ਜਿਹੜੇ ਨੇ ਨਾ, ਉਹ ਬੜੇ ਚਾਅ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਸਦਾ ਤੇਰੇ ਨਾਮ ਰੰਗ ਵਿੱਚ ਉਹ ਰੰਗੇ ਰਹਿੰਦੇ ਨੇ। ਨਾਉ ਨਿਧ ਨਾਮ ਵਸਿਆ ਮਨ ਆਏ। ਫਿਰ ਕੀ ਹੈ ਕਿ ਉਹਨਾਂ ਦੇ ਮਨ ਵਿੱਚ ਨੌ ਖਜ਼ਾਨੇ ਦਾ, ਖਜ਼ਾਨੇ ਰੂਪੀ ਜਿਹੜਾ ਨੌ ਨਿਧ ਨਾਮ ਹੈ ਨਾ, ਉਹ ਸਦਾ ਦੇ ਵਾਸਤੇ ਫਿਰ ਉਹਨਾਂ ਭਗਤਾਂ ਦੇ ਮਨ ਦੇ ਅੰਦਰ ਵਸ ਜਾਂਦਾ ਹੈ, ਹਮੇਸ਼ਾ ਵਾਸਤੇ। ਪੂਰੇ ਭਾਗ ਸਤਿਗੁਰ ਪਾਇਆ, ਸਬਦੇ ਮੇਲ ਮਿਲਾਵਣਿਆ। ਕਹਿੰਦੇ ਜਿਸ ਮਨੁੱਖ ਨੇ ਪੂਰੀ ਕਿਸਮਤ ਦੇ ਨਾਲ ਗੁਰੂ ਲੱਭ ਲਿਆ, ਪੂਰਾ ਭਾਗ ਸਤਿਗੁਰ ਪਾਇਆ, ਜਿਹਦੇ ਭਾਗ ਭਲੇ ਨੇ, ਜਿਹਦੇ ਭਾਗ ਚੰਗੇ ਨੇ, ਜਿਹਨੂੰ ਗੁਰੂ ਮਿਲ ਗਿਆ, ਸਬਦੇ ਮੇਲ ਮਿਲਾਵਣਿਆ, ਸ਼ਬਦ ਦੀ ਰਾਹੀਂ ਉਹ ਫਿਰ ਪਰਮਾਤਮਾ ਦੇ ਅੰਦਰ ਮਿਲ ਜਾਂਦਾ ਹੈ। ਵੇਖੋ ਪਹਿਲੀ ਗੱਲ, ਪੂਰਾ ਭਾਗ, ਜਿਹਦੇ ਭਾਗ ਪੂਰੇ ਨੇ, ਭਲੇ ਨੇ, ਉਹਨੂੰ ਸਤਿਗੁਰੂ ਮਿਲਿਆ ਹੈ। ਫਿਰ ਗੁਰੂ ਨੇ ਜਦੋਂ ਸ਼ਬਦ ਦੀ ਦਾਤ ਦਿੱਤੀ ਤੇ ਸ਼ਬਦ ਦੀ ਰਾਹੀਂ ਫਿਰ ਉਹੀ ਇਨਸਾਨ ਜਿਹੜਾ ਉਸ ਪਰਮਾਤਮਾ ਨੂੰ ਮਿਲ ਗਿਆ। ਅੱਗੇ ਕਹਿੰਦੇ, ਤੂੰ ਦਇਆਲ ਸਦਾ ਸੁਖ ਦਾਤਾ, ਤੂੰ ਆਪੇ ਮੇਲਹਿ ਗੁਰਮੁਖ ਜਾਤਾ, ਤੂੰ ਆਪੇ ਦੇਵਹਿ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸੱਚੇ ਪਾਤਸ਼ਾਹ ਕਹਿੰਦੇ, ਤੂੰ ਦਇਆਲ ਸਦਾ ਸੁਖ ਦਾਤਾ। हे ਪ੍ਰਭੂ, ਦਇਆਲ ਦਾ ਅਰਥ ਹੈ ਦਇਆ ਦਾ ਸੋਮਾ, ਸੁਖ ਦਾਤਾ ਸਦਾ ਸੁਖ ਦਾਤਾ। ਜਿਹੜਾ ਸਦਾ ਇਹ ਦੇਰੀ ਦੀਪਕ ਹੈ, ਦੋਨੋਂ ਪਾਸੇ ਲੱਗਦਾ ਹੈ। ਤੂੰ ਸਦਾ ਦਇਆਲ ਵੀ ਹੈ ਸੱਚੇ ਪਾਤਸ਼ਾਹ, ਤੇ ਤੂੰ ਸਦਾ ਸੁਖ ਦਾਤਾ ਵੀ ਹੈ। ਦਇਆਲ ਵੀ ਤੂੰ ਹੈ ਤੇ ਸੁਖ ਦਾਤਾ ਵੀ ਤੂੰ ਹੈ। ਤੂੰ ਆਪੇ ਮੇਲਹਿ ਗੁਰਮੁਖ ਜਾਤਾ, ਤੂੰ ਆਪ ਹੀ ਜੀਵਾਂ ਨੂੰ ਗੁਰੂ ਨਾਲ ਮਿਲਾਉਣਾ ਹੈ। ਦੇਖੋ, ਤੂੰ ਆਪੇ ਮੇਲਹਿ ਗੁਰਮੁਖ ਜਾਤਾ, ਤੂੰ ਆਪ ਹੀ ਪਹਿਲਾਂ ਜੀਵਾਂ ਨੂੰ ਗੁਰੂ ਨਾਲ ਮਿਲਾਉਣਾ ਹੈ, ਤੇ ਫਿਰ ਗੁਰੂ ਦੀ ਰਾਹੀਂ ਉਹ ਪਰਮਾਤਮਾ, ਉਹ ਐ ਵਾਹਿਗੁਰੂ, ਉਹ ਪਰ ਜੀਵ ਜਿਹੜੇ ਨੇ ਤੈਨੂੰ ਜਾਣਦੇ ਨੇ, ਫਿਰ ਤੈਨੂੰ ਮਿਲਦੇ ਨੇ, ਫਿਰ ਤੇਰੇ ਨਾਲ ਸਾਂਝ ਉਹਨਾਂ ਦੀ ਪੈਂਦੀ ਹੈ। ਤੂੰ ਆਪੇ ਦੇਵਹਿ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। हे ਪ੍ਰਭੂ, हे ਵਾਹਿਗੁਰੂ, ਤੂੰ ਆਪੇ ਦੇਵਹਿ ਨਾਮ ਵਡਾਈ, ਤੂੰ ਆਪੇ ਹੀ ਆਪਣੇ ਜੀਵਾਂ ਨੂੰ ਨਾਮ ਬਖਸ਼ਦਾ ਹੈ, ਨਾਮ ਦੀ ਵਡਿਆਈ ਦੇਣਾ ਹੈ, ਨਾਮ ਰਤੇ। ਤੇ ਫਿਰ ਜਿਹੜੇ ਤੇਰੇ ਨਾਮ ਵਿੱਚ ਰਤੇ ਜਾਂਦੇ ਨੇ ਨਾ, ਸੱਚੇ ਪਾਤਸ਼ਾਹ ਜੀ ਨੇ ਆਖਿਆ ਸੁਖ ਪਾਵਣਿਆ, ਉਹ ਫਿਰ ਸਦਾ ਦੇ ਵਾਸਤੇ ਇਸ ਜ਼ਿੰਦਗੀ ਦੇ ਅੰਦਰ, ਇਸ ਜੀਵਨ ਦੇ ਅੰਦਰ ਜਿਹੜਾ ਹੈ ਉਹ ਸੁੱਖ ਪਾ ਲੈਂਦੇ ਨੇ, ਸੁੱਖ ਪ੍ਰਾਪਤ ਕਰ ਲੈਂਦੇ ਨੇ ਉਹ ਜੀਵ ਜਿਹੜੇ ਆ। ਅੱਗੇ ਕਹਿੰਦੇ, ਸਦਾ ਸਦਾ ਸਾਚੇ ਤੁਧ ਸਾਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕਸ ਸਿਉ ਮਨ ਰਹਿਆ ਸਮਾਏ, ਮਨ ਮੰਨਿਆ ਮਨਹਿ ਮਿਲਾਵਣਿਆ। ਕਹਿੰਦੇ ਸਦਾ ਸਦਾ ਸਾਚੇ ਤੁਧ ਸਾਲਾਹੀ, ਸਦਾ ਸਦਾ, हे ਸਦਾ ਤੇ ਰਹਿਣ ਵਾਲੇ ਪ੍ਰਭੂ, ਇੱਕ ਕਿਰਪਾ ਕਰ, ਮੈਂ ਸਦਾ ਤੇਰੀ ਹੀ ਸਿਫਤ ਸਲਾਹ ਕਰਦਾ ਰਵਾਂ। ਐ ਸਦਾ ਤੇ ਰਹਿਣ ਵਾਲੇ ਪ੍ਰਮਾਤਮਾ, ਕਿਰਪਾ ਕਰ, ਸਦਾ ਸਦਾ ਸਾਚੇ ਤੁਧ ਸਾਲਾਹੀ, ਤੇਰੀ ਸਿਫਤ ਕਰਦਾ ਰਵਾਂ। ਗੁਰਮੁਖ ਜਾਤਾ ਦੂਜਾ ਕੋ ਨਾਹੀ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ ਨਾ, ਉਹ ਤੇਰੇ ਨਾਲ ਸਾਂਝ ਪਾਉਂਦਾ, ਤੈਨੂੰ ਜਾਣ ਲੈਂਦਾ ਹੈ, ਹੋਰ ਕੋਈ ਤੇਰੇ ਨਾਲ ਸਾਂਝ ਨਹੀਂ ਪਾ ਸਕਦਾ। ਗੁਰਮੁਖ ਜਾਤਾ, ਜਿਹੜਾ ਗੁਰੂ ਵਾਲਾ ਬਣ ਗਿਆ, ਉਹਨੇ ਤੈਨੂੰ ਜਾਣ ਲਿਆ। ਜਾਤੇ ਦਾ ਅਰਥ ਹੈ ਜਾਣ ਲਿਆ। ਦੂਜਾ ਕੋ ਨਾਹੀ, ਕਿਤੇ ਦੂਜਾ ਕੋਈ ਇਹੋ ਜਿਹਾ ਨਹੀਂ ਜਿਹੜਾ ਤੈਨੂੰ ਜਾਣ ਸਕੇ, ਜਿਹਦੇ ਨਾਲ ਤੇਰੀ ਸਾਂਝ ਪੈ ਸਕੇ, ਕੋਈ ਨਹੀਂ ਜਾ ਸਕਦਾ। ਫਿਰ ਕਹਿੰਦੇ, ਏਕਸ ਸਿਉ ਮਨ ਰਹਿਆ ਸਮਾਏ, ਮਨ ਮੰਨਿਆ ਮਨਹਿ ਮਿਲਾਵਣਿਆ।
एक स्यो मन रहया समाए। ਅਸਲ ਵਿੱਚ ਜਿਹੜਾ ਇਨਸਾਨ ਗੁਰੂ ਦਾ ਆਸਰਾ ਲੈਂਦਾ ਹੈ ਨਾ, ਉਹਦਾ ਮਨ ਜਿਹੜਾ ਉਹ ਸਦਾ ਇੱਕ ਦੇ ਨਾਲ ਜੁੜਿਆ ਰਹਿੰਦਾ ਹੈ, ਇੱਕ ਦੇ ਨਾਲ ਇੱਕ ਦੇ ਅੰਦਰ ਸਮਾ ਜਾਂਦਾ ਹੈ। ਇੱਕ ਸਿਉ ਮਨ ਰਹਿਆ ਸਮਾਏ। ਫਿਰ ਮਨ ਮੰਨਿਆ, ਜਿਹਦਾ ਮਨ ਪਰਮਾਤਮਾ ਨਾਲ ਮੰਨ ਗਿਆ, ਜਿਹਦਾ ਮਨ ਜਿਹੜਾ ਹੈ ਪਰਮਾਤਮਾ ਦੀ ਯਾਦ ਵਿੱਚ ਲੱਗ ਗਿਆ, ਗਿੱਝ ਗਿਆ, ਮਨਹਿ ਮਿਲਾਵਣਿਆ, ਤਾਂ ਕਹਿੰਦੇ ਫਿਰ ਕੀ ਹੁੰਦਾ ਹੈ, ਤੇ ਫਿਰ ਉਹ ਜਿਹੜਾ ਮਨਹਿ ਮਿਲਾਵਣਿਆ, ਮਨ ਹੀ ਉਹਨੂੰ ਜੀਵ ਨੂੰ ਪਰਮਾਤਮਾ ਦੇ ਨਾਲ ਮਿਲਾਉਂਦਾ ਹੈ। ਮਨ ਦੀ ਰਾਹੀਂ ਹੀ ਜਿਹਦਾ ਮਨ ਗੁਰੂ ਦੇ ਚਰਨਾਂ ਵਿੱਚ ਲੱਗ ਗਿਆ, ਸਦਾ ਦੇ ਵਾਸਤੇ ਜੁੜ ਗਿਆ, ਤੇ ਫਿਰ ਗੱਲ ਪੱਕੀ ਹੈ। ਫਿਰ ਇਸ ਮਨ ਨੇ ਉਸ ਪਰਮਾਤਮਾ ਦੇ ਨਾਲ ਜਿਹੜਾ ਜੀਵ ਦਾ ਮਿਲਾਪ ਵੀ ਕਰਵਾਉਣਾ ਹੈ। ਪਾਤਸ਼ਾਹ ਕਹਿੰਦੇ ਗੁਰਮੁਖ ਹੋਵੈ ਸੋ ਸਾਲਾਹੇ, ਸਾਚੇ ਠਾਕੁਰ ਵੇ ਪਰਵਾਹੇ, ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇ ਲਾਵਣਿਆ। ਗੁਰਮੁਖ ਹੋਵੈ ਸੋ ਸਾਲਾਹੇ, ਕਹਿੰਦੇ ਗੁਰਮੁਖ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ, ਗੁਰੂ ਦੇ ਅਨੁਸਾਰ ਹੋ ਜਾਂਦਾ ਹੈ, ਸੋ ਸੱਚੇ ਪਾਤਸ਼ਾਹ ਕਹਿੰਦੇ ਸੋ ਸਾਲਾਹੇ, ਅਸਲ ਵਿੱਚ ਉਹੀ ਉਹਦੀ ਸਿਫਤ ਸਲਾਹ ਕਰਦਾ ਹੈ, ਉਹੀ ਉਹਦੇ ਨਾਮ ਨੂੰ ਜਪਦਾ ਹੈ। ਸਾਚੇ ਠਾਕੁਰ ਵੇ ਪਰਵਾਹ, ਕਹਿੰਦੇ ਉਹੀ ਸਾਚੇ ਠਾਕੁਰ, ਜਿਹੜਾ ਸੱਚਾ ਠਾਕੁਰ ਹੈ, ਜਿਹੜਾ ਬੇਪਰਵਾਹ ਪਰਮਾਤਮਾ ਹੈ, ਉਹਦੀ ਸਿਫਤ ਸਲਾਹ ਉਹ ਕਰਦਾ ਹੈ, ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ। ਨਾਨਕ ਨਾਮ ਵਸੈ ਮਨ ਅੰਤਰ, ਗੁਰ ਸ਼ਬਦੀ ਹਰ ਮੇ ਲਾਵਣਿਆ। ਉਸ ਜੀਵ ਦੇ ਮਨ ਦੇ ਅੰਦਰ ਪਰਮਾਤਮਾ ਦਾ ਨਾਮ ਜਿਹੜਾ ਉਹ ਸਦਾ ਲਈ ਆ ਵਸਦਾ ਹੈ, ਸਦਾ ਲਈ ਟਿਕ ਜਾਂਦਾ ਹੈ। ਗੁਰ ਸ਼ਬਦੀ ਹਰ ਮੇ ਲਾਵਣਿਆ, ਅਸਲ ਵਿੱਚ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਜਿਹੜਾ ਹੈ ਉਹ ਮਿਲਦਾ ਹੈ। ਸ਼ਬਦ ਹੀ ਪਰਮਾਤਮਾ ਦੇ ਨਾਲ ਜੀਵ ਨੂੰ ਮਿਲਾਉਂਦਾ ਹੈ। ਇਹ 22ਵੀਂ ਅਸ਼ਟਪਦੀ ਹੈ। ਅੱਗੇ 23ਵੀਂ ਅਸ਼ਟਪਦੀ ਮੇਰੇ ਪਾਤਸ਼ਾਹ ਕਹਿੰਦੇ ਮਾਝ ਮਹੱਲਾ ਤੀਜਾ। ਮਾਝ ਇਸ ਰਾਗ ਦਾ ਨਾਮ ਹੈ। ਮਹੱਲਾ ਤੀਜਾ ਭਾਵ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਸੱਚੇ ਸਤਿਗੁਰੂ। ਤੇਰੇ ਭਗਤ ਸੋਹੇ ਸਾਚੈ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਗੁਰੂ ਸਾਹਿਬ ਕਹਿੰਦੇ ਤੇਰੇ ਭਗਤ ਸੋਹੇ ਸਾਚੈ ਦਰਬਾਰੇ। ਇਹ ਵਾਹਿਗੁਰੂ ਸੱਚੇ ਪਾਤਸ਼ਾਹ ਜਿਹੜੇ ਤੇਰੇ ਭਗਤ ਨੇ ਨਾ, ਤੇਰੀ ਭਗਤੀ ਕਰਨ ਵਾਲੇ, ਤੇਰੀ ਬੰਦਗੀ ਕਰਨ ਵਾਲੇ, ਤੇਰੇ ਨਾਮ ਨੂੰ ਜਪਣ ਵਾਲੇ, ਸੋਹੇ ਦਾ ਭਾਵ ਹੈ ਸ਼ੋਭਾ ਪਾਉਂਦੇ ਹਨ। ਉਹ ਸ਼ੋਭਦੇ ਨੇ ਕਿੱਥੇ? ਸਾਚੈ ਦਰਬਾਰੇ। ਸਾਚੇ ਦਰਬਾਰ ਸਦਾ ਕਾਇਮ ਰਹਿਣ ਵਾਲਾ ਜਿਹੜਾ ਤੇਰਾ ਦਰਬਾਰ ਹੈ ਨਾ, ਤੇਰਾ ਟਿਕਾਣਾ ਹੈ ਪਾਤਸ਼ਾਹ, ਤੇਰੀ ਬੰਦਗੀ ਕਰਨ ਵਾਲਿਆਂ ਨੂੰ ਉੱਥੇ ਸ਼ੋਭਾ ਮਿਲਦੀ ਹੈ, ਬੜਾ ਮਾਣ ਸਤਿਕਾਰ, ਬੜਾ ਇੱਜ਼ਤ ਮਿਲਦਾ ਉਹਨਾਂ ਨੂੰ। ਗੁਰ ਕੈ ਸ਼ਬਦ ਨਾਮ ਸਵਾਰੇ, ਕਹਿੰਦੇ ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੀ ਰਾਹੀਂ ਭਗਤ ਜਨ ਜਿਹੜੇ ਨੇ ਉਹ ਨਾਮ ਸਵਾਰੇ, ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਸਵਾਰੇ ਜਾਂਦੇ ਨੇ, ਸਵਰ ਜਾਂਦੇ ਨੇ, ਸੋਹਣੇ ਬਣ ਜਾਂਦੇ ਨੇ। ਫਿਰ ਸਮਝਿਓ ਅਸਲ ਵਿੱਚ ਭਗਤ ਜਿਹੜੇ ਨੇ ਨਾ, ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਜਪ ਕੇ ਸਵਰ ਜਾਂਦੇ ਨੇ। ਸਵਾਰੇ ਦਾ ਅਰਥ ਉਹ ਸਵਰ ਜਾਂਦੇ ਨੇ, ਉਹ ਸ਼ੋਭਾ ਪਾਉਣ ਵਾਲੇ ਬਣ ਜਾਂਦੇ ਨੇ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ। ਸਦਾ ਆਨੰਦ ਰਹੇ, ਸਦਾ ਉਹਨਾਂ ਦੇ ਹਿਰਦੇ ਦੇ ਅੰਦਰ ਦਿਨ ਰਾਤ। ਇਹ ਨਹੀਂ ਕਿ ਇੱਕ ਪਲ ਵਾਸਤੇ ਆਨੰਦ ਆਇਆ ਤੇ ਫਿਰ ਨਹੀਂ, ਕਹਿੰਦੇ ਸਦਾ ਉਹਨਾਂ ਦੇ ਮਨ ਦੇ ਅੰਦਰ ਆਨੰਦ ਜਿਹੜਾ ਉਹ ਬਣਿਆ ਰਹਿੰਦਾ ਹੈ। ਗੁਣ ਕਹਿ ਗੁਣੀ ਸਮਾਵਣਿਆ, ਉਹ ਪ੍ਰਮਾਤਮਾ ਦੇ ਗੁਣਾਂ ਨੂੰ ਗੁਣ ਕਹਿ, ਗੁਣਾਂ ਨੂੰ ਕਹਿ ਕੇ, ਗੁਣਾਂ ਨੂੰ ਜਪ ਕੇ ਉਹ ਜਿਹੜਾ ਗੁਣੀ ਪਰਮਾਤਮਾ ਹੈ ਨਾ ਉਹਦੇ ਅੰਦਰ ਸਮਾ ਜਾਂਦੇ ਨੇ, ਟਿਕੇ ਰਹਿੰਦੇ ਨੇ ਉਸ ਵਾਹਿਗੁਰੂ, ਉਸ ਪਰਮਾਤਮਾ ਦੇ ਅੰਦਰ। ਕਹਿੰਦੇ ਹੋ ਫਿਰ ਮੇਰੇ ਪਾਤਸ਼ਾਹ ਜੀ ਕਹਿੰਦੇ ਹਉ ਵਾਰੀ ਜੀਓ ਵਾਰੀ, ਨਾਮ ਸੁਨ ਮਨ ਵਸਾਵਣਿਆ। ਹਰ ਜੀਓ ਸੱਚਾ ਊਚੋ ਊਚਾ, ਹਉ ਮੈਂ ਮਾਰ ਮਿਲਾਵਣਿਆ। ਰਹਾਉ। ਸੱਚੇ ਪਾਤਸ਼ਾਹ ਕਹਿੰਦੇ ਹਉ ਵਾਰੀ ਜੀਓ ਵਾਰੀ, ਮੈਂ ਉਹਨਾਂ ਤੋਂ ਵਾਰੀ ਜਾਨਾ, ਵਾਰ-ਵਾਰ ਕੁਰਬਾਨ ਜਾਨਾ, ਸਦਕੇ ਜਾਨਾ। ਨਾਮ ਸੁਣ ਮਨ ਵਸਾਵਣਿਆ, ਜਿਹੜੇ ਪਰਮਾਤਮਾ ਦਾ ਨਾਮ ਸੁਣ ਕੇ ਆਪਣੇ ਮਨ ਦੇ ਅੰਦਰ ਵਸਾ ਕੇ ਰੱਖਦੇ ਨੇ। ਮੈਂ ਕਿਹਨਾਂ ਤੋਂ ਵਾਰੀ ਕੁਰਬਾਨ ਆ? ਨਾਮ ਸੁਣ, ਜਿਹੜੇ ਨਾਮ ਨੂੰ ਸੁਣਦੇ ਨੇ ਤੇ ਸੁਣ ਕੇ ਮਨ ਵਸਾਵਣਿਆ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ। ਵੇਖੋ ਉਹ ਜਪਜੀ ਸਾਹਿਬ ਬਾਣੀ ਪੜ੍ਹਦੇ ਆ ਨਾ, ਗੁਰੂ ਸਾਹਿਬ ਨੇ ਪਹਿਲਾਂ ਸੁਣਿਆ ਵਾਲੀਆਂ ਪੌੜੀਆਂ ਉਚਾਰੀਆਂ ਨੇ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼। ਸੁਣਿਆ ਦੀਆਂ ਪੌੜੀਆਂ ਤੋਂ ਬਾਅਦ ਗੁਰੂ ਸਾਹਿਬ ਨੇ ਮੰਨੇ ਦੀਆਂ ਪੌੜੀਆਂ ਉਚਾਰੀਆਂ। ਮੰਨੇ ਕੀ ਗਤ ਕਹੀ ਨਾ ਜਾਏ। ਉੱਥੇ ਪਾਤਸ਼ਾਹ ਨੇ ਉਸ ਪੌੜੀ ਦੇ ਅਖੀਰ ਤੇ ਆਖਿਆ ਜੇ ਕੋ ਮਨ ਜਾਣੇ ਮਨ ਕੋਇ।
ਤੇ ਜੇ ਕੋਈ ਆਪਣੇ ਮਨ ਦੇ ਅੰਦਰ ਮੰਨ ਕੇ ਚੱਲਦਾ ਹੈ ਤਾਂ ਸੁਣਿਆ ਫਿਰ ਮੰਨਿਆ ਪ੍ਰਵਾਨ ਹੈ। ਪਹਿਲਾਂ ਸੁਣਨਾ ਹੈ ਫਿਰ ਮੰਨਣਾ ਹੈ, ਮਨ ਦੇ ਅੰਦਰ ਵਸਾਉਣਾ। ਕਹਿੰਦੇ ਹਉ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣਿਆ, ਹਰ ਜੀਓ ਸੱਚਾ ਊਚੋ ਊਚਾ ਹਉ ਮੈਂ ਮਾਰ ਮਿਲਾਵਣਿਆ। ਕਹਿੰਦੇ ਉਹ ਪ੍ਰਮਾਤਮਾ ਹਰ ਜੀਓ ਜਿਹੜਾ ਹੈ ਨਾ ਉਹ ਸੱਚਾ ਹੈ, ਊਚੋ ਊਚਾ ਉਹ ਸਾਰਿਆਂ ਤੋਂ ਉੱਚਾ, ਉਹਦੇ ਜਿੰਨਾ ਕੋਈ ਉੱਚਾ ਨਹੀਂ। ਹਉਮੈ ਮਾਰ ਮਿਲਾਵਣਿਆ, ਜਿਸ ਜੀਵ ਨੇ ਆਪਣੀ ਹਉਮੈ ਨੂੰ ਮਾਰ ਲਿਆ, ਹਉਮੈ ਮਾਰ ਕੇ ਹੀ ਉਸ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਹਉਮੈ ਦੇ ਨਾਲ ਉਹ ਪ੍ਰਮਾਤਮਾ ਦਾ ਮਿਲਾਪ ਜਿਹੜਾ ਉਹ ਕਦੇ ਵੀ ਨਹੀਂ ਹੁੰਦਾ। ਹਉਮੈ ਮਾਰ ਮਿਲਾਵਣਿਆ ਰਹਾਓ। ਫਿਰ ਵਿਸ਼ਰਾਮ ਦੇ ਕੇ ਪਾਤਸ਼ਾਹ ਕਹਿੰਦੇ ਹਰ ਜੀਓ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲਹਿ ਸੇ ਵਿਛੁੜੇ ਨਾਹੀ, ਸਹਜੇ ਸੱਚ ਸਮਾਵਣਿਆ। ਪਾਤਸ਼ਾਹ ਜੀ ਕਹਿੰਦੇ ਹਰ ਜੀਓ ਸਾਚਾ ਸਾਚੀ ਨਾਈ, ਹਰ ਜੀਓ ਜਿਹੜਾ ਹਰੀ ਜੀਓ ਪ੍ਰਮਾਤਮਾ ਹੈ ਉਹ ਸਾਚਾ ਹੈ, ਸੱਚਾ ਹੈ। ਇਹਦੇ ਸਾਚੀ ਨਾਈ, ਨਾਈ ਕਹਿੰਦੇ ਨੇ ਵਡਿਆਈ। ਉਸ ਪ੍ਰਮਾਤਮਾ ਦੀ ਜਿਹੜੀ ਵਡਿਆਈ ਹੈ ਨਾ, ਕਹਿੰਦੇ ਉਹ ਵੀ ਬੜੀ ਸੱਚੀ ਹੈ। ਗੁਰ ਪ੍ਰਸਾਦੀ ਕਿਸੈ ਮਿਲਾਈ, ਕਹਿੰਦੇ ਗੁਰੂ ਦੀ ਕਿਰਪਾ, ਗੁਰ ਪ੍ਰਸਾਦੀ ਕਿਸੇ ਜਿਹਨੂੰ ਕੋਈ ਵਡਭਾਗਾ ਹੀ ਹੈ। ਕਿਸੇ ਦਾ ਅਰਥ ਇੱਥੇ ਆ ਵਿਰਲੇ ਜਿਹੜੇ ਨੇ ਜਿਨ੍ਹਾਂ ਨੇ ਗੁਰ ਪ੍ਰਸਾਦ ਹਾਸਲ ਕਰ ਲਿਆ, ਮਿਲਾਈ, ਉਹਨਾਂ ਨੂੰ ਪ੍ਰਮਾਤਮਾ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਵਰਗਾ ਕਰ ਲੈਂਦਾ ਹੈ, ਆਪਣੇ ਚਰਨਾਂ ਦੇ ਨਾਲ ਉਹਨਾਂ ਨੂੰ ਪ੍ਰਮਾਤਮਾ ਜੋੜ ਲੈਂਦਾ ਹੈ। ਫਿਰ ਪਾਤਸ਼ਾਹ ਜੀ ਨੇ ਅੱਗੇ ਆਖਿਆ ਗੁਰ ਸ਼ਬਦ ਮਿਲਹਿ, ਜਿਹੜੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਮਾਤਮਾ ਨੂੰ ਮਿਲ ਪੈਂਦੇ ਨੇ ਨਾ, ਸੇ ਵਿਛੜੇ ਨਾ। ਫਿਰ ਧਿਆਨ ਨਾਲ ਸੁਣਿਓ, ਗੁਰ ਸ਼ਬਦ ਮਿਲਹਿ, ਜਿਹੜੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਮਾਤਮਾ ਨੂੰ ਮਿਲ ਪੈਂਦੇ ਨੇ ਨਾ, ਸੇ ਵਿਛੜੇ ਨਹੀਂ। ਉਹ ਫਿਰ ਕਦੇ ਵੀ ਉਸ ਵਾਹਿਗੁਰੂ ਪ੍ਰਮਾਤਮਾ ਤੋਂ ਵਿਛੜਦੇ ਨਹੀਂ। ਇਹ ਬੜੀ ਵੱਡੀ ਗੱਲ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਹੀ ਇੱਥੇ ਕਿ ਜਿਹੜੇ ਸ਼ਬਦ ਦੀ ਰਾਹੀਂ ਮਿਲ ਪੈਂਦੇ ਨੇ, ਜਿਹੜੇ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਮਾਤਮਾ ਨੂੰ ਮਿਲਦੇ ਨੇ, ਉਹ ਕਦੇ ਵਿਛੜਦੇ ਨਹੀਂ। ਫਿਰ ਉਹਨਾਂ ਦਾ ਕਦੇ ਵਿਛੋੜਾ ਪੈਂਦਾ ਵੀ ਨਹੀਂ। ਸਹਿਜੇ ਸੱਚ ਸਮਾਵਣਿਆ, ਉਹ ਫਿਰ ਸਹਿਜ ਅਵਸਥਾ ਦੇ ਅੰਦਰ ਆ ਕੇ ਸੱਚ ਸਮਾਵਣਿਆ, ਸੱਚੇ ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਂਦੇ ਨੇ, ਸਮਾ ਜਾਂਦੇ ਨੇ ਉਹਦੇ ਅੰਦਰ। ਫਿਰ ਬਾਦਸ਼ਾਹ ਨੇ ਜਿਹੜਾ ਅਗਲਾ ਵਚਨ ਕਿਹਾ, ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖਹਿ ਜਾਣਹਿ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ। ਕਹਿੰਦੇ ਤੁਝ ਤੇ ਬਾਹਰ ਕਛੂ ਨਾ ਹੋਏ। ਵੈਸੇ ਇੱਕ ਗੱਲ ਇਹ ਪੱਕੀ, ਉਸ ਪ੍ਰਮਾਤਮਾ ਦੇ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ ਤੇ ਨਾ ਹੀ ਉਸ ਪ੍ਰਮਾਤਮਾ ਤੋਂ ਬਾਹਰ ਕੁਛ ਹੈ। ਫਿਰ ਸਮਝੋ, ਨਾ ਉਹਦੇ ਹੁਕਮ ਤੋਂ ਕੁਝ ਬਾਹਰ ਹੈ, ਤੁਝ ਤੇ ਬਾਹਰ ਕਛੂ ਨਹੀਂ ਹੈ। ਪ੍ਰਮਾਤਮਾ ਤੇਰੇ ਤੋਂ ਬਾਹਰ, ਤੇਰੇ ਤੋਂ ਬਾਹਰਾ ਕੋਈ ਨਹੀਂ ਹੈ ਦੁਨੀਆ ਦੇ ਅੰਦਰ। ਜਿਵੇਂ ਤੂੰ ਚਲਾਉਣਾ ਉਵੇਂ ਚੱਲਦੇ ਨੇ। ਤੂੰ ਕਰ ਕਰ ਵੇਖੈ ਜਾਣੈ ਸੋਏ, ਤੂੰ ਕਰ 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 ਦਾ ਭਾਵ ਹੈ ਸਾਜ ਸਾਜ ਕੇ, ਵੇਖਿਆ ਦਾ ਭਾਵ ਹੈ ਸੰਭਾਲਣਾ। ਕਰ ਕਰ ਕਰਦਾ ਹੈ, ਸਾਜਦਾ ਹੈ, ਬਣਾਉਣਾ ਹੈ, ਵੇਖਿਆ ਉਹਨਾਂ ਦੀ ਸੰਭਾਲ ਵੀ ਤੂੰ ਆਪ ਕਰਦਾ ਹੈ। ਜਾਣੈ ਸੋਏ, ਅਤੇ ਜੀਵਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ, ਭਾਵ ਬੜੀ ਚੰਗੀ ਤਰ੍ਹਾਂ ਉਹਨਾਂ ਦੀ ਸੰਭਾਲ ਕਰਦਾ ਹੈ। ਤੂੰ ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ। ਕਰਤਾਰ ਜਿਹੜਾ ਹੈ ਨਾ, ਆਪੇ ਕਰੇ, ਉਹ ਕਰਦਾ ਵੀ ਸਭ ਕੁਝ ਆਪ ਹੀ, ਕਰਾਏ ਕਰਤਾ, ਉਹ ਕਰ ਸਾਡੇ ਤੋਂ ਕਰਾਉਂਦਾ ਵੀ ਆਪ ਹੈ। ਉਹ ਕਰਦਾ ਵੀ ਆਪੇ, ਆਪੇ ਕਰੇ ਕਰਾਏ ਕਰਤਾ, ਤੇ ਸਾਡੇ ਸਾਰਿਆਂ ਤੋਂ ਕਰਵਾਉਂਦਾ ਵੀ ਆਪੇ। ਗੁਰਮਤਿ ਆਪ ਮਿਲਾਵਣਿਆ, ਤੇ ਗੁਰੂ ਦੀ ਮੱਤ ਦੀ ਰਾਹੀਂ ਕਹਿੰਦੇ ਜੀਵਾਂ ਨੂੰ ਉਹ ਆਪਣੇ ਨਾਲ ਮਿਲਾਉਂਦਾ ਹੈ। ਅੱਗੇ ਦੇ ਪਾਤਸ਼ਾਹ ਨੇ ਆਖਿਆ ਕਾਮਨ ਗੁਣਵੰਤੀ ਹਰ ਪਾਏ, ਭੈ ਭਾਏ ਸੀਗਾਰ ਬਨਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸੁਭਾਵਣਿਆ। ਇਹਦੇ ਕਾਮਨ ਗੁਣਵੰਤੀ ਹਰ ਪਾਏ। ਕਾਮਨ ਜਿਹੜਾ ਸ਼ਬਦ ਹੈ ਨਾ, ਕਾਮਨ ਦਾ ਅਰਥ ਹੈ ਇਸਤਰੀ, ਔਰਤ, ਜੀਵ ਇਸਤਰੀ ਕਹਿ ਲਈਏ। ਕਾਮਨ ਗੁਣਵੰਤੀ ਹਰ ਪਾਏ, ਅਸਲ ਵਿੱਚ ਜਿਹੜੀ ਜੀਵ ਇਸਤਰੀ ਗੁਣਵੰਤੀ ਆਪਣੇ ਗੁਣਾਂ ਦੇ ਕਾਰਨ ਉਸ ਪ੍ਰਮਾਤਮਾ ਨੂੰ ਆਪਣੇ ਅੰਦਰ ਮਿਲਾ ਲੈਂਦੀ ਹੈ, ਮਿਲ ਪੈਂਦੀ ਹੈ। ਭੈ ਭਾਏ ਸ਼ਿੰਗਾਰ ਬਨਾਏ, ਉਹਨੇ ਪ੍ਰਮਾਤਮਾ ਦੇ ਭੈ ਨੂੰ, ਅਦਬ ਨੂੰ, ਪ੍ਰੇਮ ਨੂੰ ਅਸਲ ਵਿੱਚ ਆਪਣਾ ਅਸਲ ਸ਼ਿੰਗਾਰ ਜਿਹੜਾ ਉਹ ਬਣਾਉਂਦੀ ਹੈ। ਉਹ ਜਿਹੜੀ ਕਾਮਨ ਹੈ ਨਾ, ਉਹ ਜੀਵ ਇਸਤਰੀ ਕੁੜੀ ਜਿਹਨੇ ਗੁਣਾਂ ਦੇ ਨਾਲ ਆਪਣੇ ਪ੍ਰਮਾਤਮਾ ਨੂੰ, ਆਪਣੇ ਪਤੀ ਨੂੰ ਆਪਣੇ ਰਸ ਵਿੱਚ ਕਰ ਲਿਆ,
बाबा फरीद साहब के बचन पढ़े उन्हें बाणी के अंदर, एक तो उन्होंने जीव स्त्री सवाल कर रही है कि किवें परमात्मा मिलेगा, फिर दूजे पासे जवाब भी बाबा फरीद साहब जी आप ही कहते हैं किहड़े गुण ने जिन्होंने धारण करेंगे कि परमात्मा तेन मिलेगा, परमात्मा का मिलाप होगा। बाबा फरीद साहब ने आख्या जीवन सुअखर खबर गुण जिंदा मनिया मन एक त्रै भैने बेस कर तां बस आवी कर। जिन्होंने भै भारे रूपी श्रृंगार बना लिया उन्हें हरि नूं पा लेना, कामन गुणवंती हर पाए किवें भै भारे श्रृंगार बनाए। फिर कहते सतगुर सेव सदा सुहागण सच उपदेश समावणिया। सतगुर सेव उन्होंने गुरु सेविया तू सदा सुहागण बन गया, सदा वास्ते सुहागण बन गई। सच उपदेश समावणिया, असल के अंदर जो सच का उपदेश है ना उन्होंने मन के अंदर समा जांदियां ने। समावणिया का अर्थ उहदे वर्गियां नहीं परमात्मा वर्गियां बन गई। शब्द विसारण तिना ठौर न ठाओ भ्रम भूले ज्यों सुन्या घर काओ। हलत पलत तिनी दोवें गवाए दुखे दुख विहावणिया। वेखो पहले बंद जिन्ने भी आए ना ਉਹਦੇ अंदर मेरे पातशाह ने समझाया दसिया कि हाँ चार पहले बंदा दे अंदर उन्हां दा जिक्र है जिहड़े परमात्मा दी बंदगी कीती। हुण वेखो किहदा जिक्र आया, कहंदे शब्द विसारण तिना ठौर ना ठाओ। ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਭੁਲਾ ਦਿੰਦੇ ਨੇ ਨਾ, ਵਿਸਾਰ ਦਿੰਦੇ ਨੇ, ਉਹਨਾਂ ਨੂੰ ਕੋਈ ਠੌਰ ਟਿਕਾਣਾ ਨਹੀਂ ਮਿਲਦਾ, ਉਹਨਾਂ ਕੋਈ ਠੌਰ ਨਹੀਂ, ਠਾਉ ਨਹੀਂ। ਜਿਹੜੇ ਗੁਰੂ ਤੋਂ ਟੁੱਟ ਗਏ ਉਹ ਕਿਸੇ ਥਾਂ ਜੋਗੇ ਨਹੀਂ ਰਹਿ ਗਏ। ਭਰਮ ਭੁੱਲੇ ਜਿਉਂ ਸੁਣਿਆ ਕਰ ਕਾਉ। ਉਹ ਭਰਮ ਦੇ ਅੰਦਰ ਭੁੱਲੇ ਨੇ, ਤੇ ਭੁੱਲੇ ਕਿਵੇਂ? ਜਿਵੇਂ ਕੋਈ ਕਾਂ ਕਿਸੇ ਸੁਣਨੇ ਭਾਵ ਉਜੜੇ ਜਿੱਥੇ ਕੋਈ ਰਹਿੰਦਾ ਨਹੀਂ ਉੱਥੇ ਕਾਂ ਤੁਰਿਆ ਫਿਰਦਾ, ਉਹਦਾ ਕੀ ਭਾਵ? ਉਹ ਜਿਵੇਂ ਕਾਂ ਨੂੰ ਉੱਥੇ ਕੁਛ ਮਿਲੇਗਾ ਜਿੱਥੇ ਕੋਈ ਪਰਿਵਾਰ ਰਹਿੰਦਾ ਹੈ, ਤੇ ਜਿੱਥੇ ਕੋਈ ਰਹਿੰਦਾ ਹੀ ਨਹੀਂ, ਘਰ ਖਾਲੀ ਉਜੜਿਆ, ਉੱਥੇ ਉਹਨੂੰ ਵੀ ਕੀ ਮਿਲੇਗਾ? ਇਹੋ ਜਿਹੜੇ ਸ਼ਬਦ ਤੋਂ ਦੂਰ ਹੋ ਗਏ ਉਹਨਾਂ ਦੀ ਹਾਲਤ ਵੀ ਇਹ ਹੈ। ਹਲਤ ਪਲਤ ਤਿਨੀ ਦੋਵੇਂ ਗਵਾਏ। ਉਹਨਾਂ ਆਪਣਾ ਹਲਤ ਵੀ ਗਵਾ ਲਿਆ ਤੇ ਪਲਤ ਵੀ ਗਵਾ ਲਿਆ। ਹਲਤ ਲੋਕ ਪਲਤ ਪਰਲੋਕ। ਹਲਤ ਇੱਥੇ ਪਲਤ ਉੱਥੇ, ਭਾਵ ਆਹ ਲੋਕ ਤੇ ਉਹ ਲੋਕ। ਹਲਤ ਪਲਤ ਉਹਨੇ ਦੋਵੇਂ ਹੀ ਆਪਣੇ ਗਵਾ ਲਏ। ਦੁੱਖੇ ਦੁੱਖ ਵਿਹਾਵਣਿਆ। ਉਹਨਾਂ ਦੀ ਉਮਰ ਜਿਹੜੀ ਨਾ, ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਦੁੱਖਾਂ ਦੇ ਅੰਦਰ ਹੀ ਨਿਕਲਦੀ ਹੈ। ਫਿਰ ਉਹ ਦੁੱਖਾਂ ਤੋਂ ਕਦੇ ਬਾਹਰ ਨਹੀਂ ਜਾ ਸਕਦੇ। ਫਿਰ ਮੇਰੇ ਪਾਤਸ਼ਾਹ ਕਹਿੰਦੇ ਲਿਖਦਿਆਂ ਕਾਗਦ ਮਸ ਖੋਈ ਦੂਜੈ ਭਾਏ ਸੁਖ ਪਾਏ ਨਾ ਕੋਈ। ਕੂੜ ਲਿਖਹਿ ਤੈ ਕੂੜ ਕਮਾਵਹਿ ਜਲ ਜਾਵਹਿ ਕੂੜ ਚਿਤ ਲਾਵਣਿਆ। ਕਹਿੰਦੇ ਲਿਖਦਿਆਂ ਕਾਗਦ ਮਸ ਖੋਈ। ਜਿਹੜਾ ਮਨੁੱਖ ਮਾਇਆ ਦੇ ਲੇਖੇ ਲੱਗਦਾ ਹੈ ਨਾ, ਤੇ ਲਿਖਦੇ ਉਹ ਸਭ ਕੁਝ ਸ਼ਾਹੀ ਕਾਗਜ਼ ਤੇ ਮਸ ਕਹਿੰਦੇ ਨੇ ਸ਼ਾਹੀ ਨੂੰ, ਸਭ ਕੁਝ ਖਤਮ ਹੋ ਜਾਂਦਾ ਉਹਦਾ। ਦੂਜਾ ਭਾਏ ਸੁਖ ਪਾਏ ਨਾ ਕੋਈ। ਦੂਜਾ ਭਾਏ ਅਸਲ ਦੇ ਅੰਦਰ ਪਰਮਾਤਮਾ ਤੋਂ ਬਿਨਾਂ ਸਭ ਕੁਝ ਦੂਜਾ। ਇੱਥੇ ਉਹਦਾ ਹੀ ਜ਼ਿਕਰ ਹੈ ਕਿ ਦੂਜਾ ਭਾਏ ਜਿਹੜਾ ਪਰਮਾਤਮਾ ਨੂੰ ਛੱਡ ਕੇ ਬਾਕੀ ਸਾਰਿਆਂ ਨਾਲ ਲੱਗ ਗਿਆ ਨਾ, ਸੁਖ ਪਾਏ ਨਾ ਕੋਈ। ਉਹਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸੁੱਖ ਨਹੀਂ ਪਾਇਆ, ਉਹਨੂੰ ਕਦੇ ਸੁੱਖ ਮਿਲਦਾ ਹੀ ਨਹੀਂ। ਕੂੜ ਲਿਖੇ ਤਾਂ ਕੂੜ ਕਮਾਵੈ। ਅਸਲ ਦੇ ਅੰਦਰ ਉਹ ਕੂੜ ਹੀ ਲਿਖਦੇ ਨੇ ਤੇ ਕੂੜ ਹੀ ਕਮਾਉਂਦੇ ਨੇ। ਮਾਇਆ ਦਾ ਲੇਖਾ ਹੀ ਲਿਖਦੇ ਨੇ ਤੇ ਮਾਇਆ ਹੀ ਕਮਾਉਂਦੇ ਨੇ। ਇਸ ਤੋਂ ਬਾਹਰ ਨਿਕਲ ਹੀ ਨਹੀਂ ਸਕਦੇ। ਜਲ ਜਾਵਹਿ ਕੂੜ ਚਿਤ ਲਾਵਣਿਆ। ਕਹਿੰਦੇ ਜਲ ਜਾਵਹਿ, ਸੜ ਜਾਂਦੇ ਨੇ ਉਹ। ਕਿਉਂ? ਕੂੜ ਚਿਤ ਲਾਵਣਿਆ, ਕਿਉਂਕਿ ਉਹਨਾਂ ਨੇ ਝੂਠ ਨੂੰ, ਕੂੜ ਨੂੰ ਹੀ ਆਪਣੇ ਚਿੱਤ ਨਾਲ ਲਾ ਲਿਆ, ਜਾਂ ਕੂੜ ਨਾਲ ਹੀ ਆਪਣਾ ਚਿੱਤ ਜੋੜ ਲਿਆ। ਜਿਨ੍ਹਾਂ ਨੇ ਪਰਮਾਤਮਾ ਨਾਲ ਚਿੱਤ ਜੋੜਿਆ ਉਹ ਪਰਮਾਤਮਾ ਵਰਗੇ ਹੋ ਗਏ, ਤੇ ਜਿਨ੍ਹਾਂ ਨੇ ਪਰਮਾਤਮਾ ਤੋਂ ਕਹਿੰਦੇ ਚਿੱਤ ਤੋੜ ਦਿੱਤਾ ਉਹ ਫਿਰ ਉਹ ਉਹਨਾਂ ਦੀ ਹਾਲਤ ਇਹ ਬਣ ਗਈ। ਗੁਰੂ ਸਾਹਿਬ ਜਿਨ੍ਹਾਂ ਨੂੰ ਆਖਿਆ ਕਹਿੰਦੇ ਜਲ ਜਾਵਹਿ ਕੂੜ ਚਿਤ ਲਾਵਣਿਆ। ਅਗਲੇ ਬੰਦ ਵਿੱਚ ਫਿਰ ਕਹਿੰਦੇ ਗੁਰਮੁਖ ਸੱਚੋ ਸੱਚ ਲਿਖਹਿ ਵਿਚਾਰ ਸੇ ਜਨ ਸੱਚੇ ਪਾਵਹਿ ਮੋਖ ਦੁਆਰ। ਸੱਚ ਕਾਗਦ ਕਲਮ ਮਸਵਾਣੀ ਸੱਚ ਲਿਖ ਸੱਚ ਸਮਾਵਣਿਆ। ਫਿਰ ਗੁਰੂ ਸਾਹਿਬ ਕਹਿੰਦੇ ਗੁਰਮੁਖ ਸੱਚੋ ਸੱਚ ਲਿਖੇ ਵਿਚਾਰ। ਗੁਰਮੁਖ ਗੁਰੂ ਦੀ ਸ਼ਰਨ ਵਿੱਚ ਜਿਹੜਾ ਪੈ ਗਿਆ
ਉਹ ਫਿਰ ਝੂਠ ਵਾਲੇ ਪਾਸੇ ਨਹੀਂ ਜਾਂਦੇ, ਉਹ ਫਿਰ ਸੱਚ ਵਾਲੇ ਪਾਸੇ ਜਾਂਦੇ ਨੇ। ਉਹਨਾਂ ਦੀ ਕਲਮ ਵੀ ਸੱਚ ਲਿਖਦੀ ਏ, ਉਹ ਸਭ ਕੁਝ ਹੀ ਸੱਚੋ ਸੱਚ ਹੈ। ਸੇ ਜਨ ਸੱਚੇ ਪਾਵਹਿ ਮੋਖ ਦੁਆਰ, ਕਹਿੰਦੇ ਉਹ ਜਨ ਜਿਹੜੇ ਸੱਚੇ ਨੇ ਤੇ ਅਸਲ ਵਿੱਚ ਮੋਖ ਦੁਆਰ, ਮੋਖ ਦੁਆਰ ਦਾ ਅਰਥ ਹੁੰਦਾ ਹੈ ਮੁਕਤੀ ਦਾ ਦਰਵਾਜ਼ਾ, ਮਾਇਆ ਦੇ ਮੋਹ ਤੋਂ ਖਲਾਸੀ ਅਸਲ ਵਿੱਚ ਉਹਨਾਂ ਨੂੰ ਮਿਲਦੀ ਹੈ। ਸੱਚ ਕਾਗਦ ਕਲਮ ਮਸਵਾਣੀ, ਉਹਨਾਂ ਮਨੁੱਖਾਂ ਦਾ ਕਾਗਜ਼ ਵੀ ਸੱਚ ਹੈ, ਕਲਮ ਵੀ ਸੱਚ ਹੈ। ਮਸਵਾਣੀ, ਮਸਵਾਣੀ ਕਹਿੰਦੇ ਨੇ ਸ਼ਾਹੀ ਨੂੰ, ਵੈਸੇ ਅਸਲ ਵਿੱਚ ਮਸਵਾਣੀ ਮਸ ਕਹਿੰਦੇ ਨੇ ਸ਼ਾਹੀ ਨੂੰ, ਤੇ ਮਸਵਾਣੀ ਦਾ ਸ਼ਾਬਦਿਕ ਅਰਥ ਬਣਦਾ ਹੈ ਕਿ ਜਿਹਦੇ ਵਿੱਚ ਸ਼ਾਹੀ ਪਾਈ ਜਾਂਦੀ, ਜਿਹਨੂੰ ਅਸੀਂ ਦਵਾਤ ਕਹਿੰਦੇ ਹਾਂ। ਪਹਿਲੇ ਸਮਿਆਂ ਵਿੱਚ ਦਵਾਤਾਂ ਹੁੰਦੀਆਂ ਸਨ। ਕਹਿੰਦੇ ਉਹ ਸਭ ਕੁਝ ਉਹਨਾਂ ਦਾ ਸੱਚ ਹੈ। ਕਿਉਂ? ਕਿਉਂਕਿ ਸੱਚ ਲਿਖ, ਉਹ ਸੱਚ ਲਿਖਦੇ ਨੇ ਤੇ ਸੱਚ ਲਿਖਣ ਵਾਲੇ ਸੱਚ ਸਮਾਵਣਿਆ ਸੱਚੇ ਵਿੱਚ ਸਮਾ ਜਾਂਦੇ ਨੇ, ਉਹ ਫਿਰ ਆਸੇ ਪਾਸੇ ਨਹੀਂ ਕਿਤੇ ਜਾਂਦੇ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਮੇਰਾ ਪ੍ਰਭੂ ਪਰਮਾਤਮਾ ਸਾਰਿਆਂ ਦੇ ਅੰਦਰ ਬੈਠਾ ਵੇਖਦਾ ਹੈ। ਉਹ ਘਟ ਘਟ ਮੈਂ ਹਰ ਜੂ ਬਸਿਆ ਹੈ, ਉਹ ਹਰ ਇੱਕ ਦੇ ਅੰਦਰ ਬੈਠਾ ਹੈ, ਸਭ ਨੂੰ ਵੇਖਦਾ ਪਿਆ। ਗੁਰ ਪ੍ਰਸਾਦੀ ਮਿਲੈ ਸੋਈ ਜਨ ਲੇਖੈ, ਜਿਹੜਾ ਗੁਰੂ ਦੀ ਕਿਰਪਾ ਨਾਲ, ਗੁਰੂ ਪ੍ਰਸਾਦ ਦੇ ਨਾਲ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਹੈ, ਮਿਲਦਾ ਹੈ, ਉਹੀ ਲੇਖੇ ਵਿੱਚ, ਉਹਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੈ। ਨਾਨਕ ਨਾਮ ਮਿਲੈ ਵਡਿਆਈ, ਕਹਿੰਦੇ ਨਾਮ ਨਾਲ, ਨਾਨਕ ਤੇ ਵਿਸ਼ਰਾਮ ਥੋੜਾ ਜਿਹਾ, ਨਾਮ ਮਿਲੈ ਵਡਿਆਈ, ਨਾਮ ਪਰਮਾਤਮਾ ਦੇ ਨਾਮ ਨਾਲ ਹੀ ਵਡਿਆਈ ਮਿਲਦੀ ਹੈ ਤੇ ਪੂਰੇ ਗੁਰ ਤੇ ਪਾਵਣਿਆ, ਪਰਮਾਤਮਾ ਦਾ ਨਾਮ ਪੂਰੇ ਗੁਰੂ ਦੇ ਕੋਲੋਂ ਹੀ ਪਾਇਆ ਜਾਂਦਾ ਹੈ। ਫਿਰ ਸਮਝੋ, ਪਹਿਲੀ ਗੱਲ ਵਡਿਆਈ ਪਰਮਾਤਮਾ ਦੇ ਨਾਮ ਨਾਲ ਹੈ। ਦੂਜੀ ਗੱਲ, ਗੁਰੂ ਸਾਹਿਬ ਕਹਿੰਦੇ ਪਰਮਾਤਮਾ ਦਾ ਨਾਮ ਪੂਰੇ ਗੁਰ ਤੇ ਪਾਵਣਿਆ, ਅਸਲ ਵਿੱਚ ਪੂਰੇ ਗੁਰੂ ਦੇ ਕੋਲੋਂ ਹੀ ਪਰਮਾਤਮਾ ਦਾ ਨਾਮ ਜਿਹੜਾ ਉਹ ਮਿਲਦਾ ਹੈ। ਅੱਗੇ ਗੁਰੂ ਸਾਹਿਬ ਨੇ ਮਾਝ ਮਹੱਲਾ ਤੀਜਾ, ਮਾਝ ਰਾਗ ਦਾ ਨਾਮ, ਮਹੱਲਾ ਤੀਜਾ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮੈਲ ਲਾਗੀ ਗੁਰ ਸ਼ਬਦੀ ਖੋਵੈ। ਮਨ ਨਿਰਮਲ ਅਨਦਿਨ ਭਗਤੀ ਦਾਤਾ, ਭਗਤ ਕਰੇ ਹਰ ਪਾਵਣਿਆ। ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਕਹਿੰਦੇ ਆਤਮ ਰਾਮ ਪ੍ਰਗਾਸ, ਪ੍ਰਗਾਸ ਚਾਨਣ, ਪ੍ਰਕਾਸ਼ ਦਾ ਅਰਥ ਹੁੰਦਾ ਹੈ ਪ੍ਰਕਾਸ਼, ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਚਾਨਣ ਕਹਿ ਦਿੰਦੇ ਹਾਂ। ਆਤਮ ਪ੍ਰਗਾਸ ਗੁਰ ਤੇ ਹੋਵੈ, ਕਹਿੰਦੇ ਅਸਲ ਵਿੱਚ ਗੁਰੂ ਦੇ ਕੋਲੋਂ ਹੀ ਉਹ ਚਾਨਣ ਜਿਹੜਾ ਉਹ ਮਿਲਦਾ ਹੈ। ਆਤਮਾ ਪ੍ਰਕਾਸ਼ਮਾਨ ਹੁੰਦੀ ਹੈ, ਆਤਮਾ ਨੂੰ ਚਾਨਣ ਮਿਲਦਾ ਹੈ ਕਿਹਦੇ ਕੋਲੋਂ? ਗੁਰੂ ਦੇ ਕੋਲ। ਆਉਂਦਾ ਮੈਲ ਲਾਗੀ ਗੁਰ ਸ਼ਬਦੀ ਖੋਵੈ, ਕਹਿੰਦੇ ਜਿਹੜੀ ਹਉਮੈ ਦੀ ਮੈਲ ਲੱਗਦੀ ਹੈ ਨਾ ਮਨ ਨੂੰ, ਉਹ ਗੁਰ ਸ਼ਬਦੀ ਖੋਵੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਖਤਮ ਹੁੰਦੀ ਹੈ। ਹਉਮੈ ਦੀ ਮੈਲ ਮਨ ਨੂੰ ਲੱਗ ਗਈ, ਉਹ ਹੋਰ ਚੜ੍ਹਦੀ ਜਾਂਦੀ ਹੈ, ਹੋਰ ਚੜ੍ਹਦੀ ਜਾਂਦੀ, ਉਹ ਲੱਥਦੀ ਨਹੀਂ, ਪਰ ਗੁਰੂ ਦਾ ਸ਼ਬਦ ਉਹਨੂੰ ਉਤਾਰ ਦਿੰਦਾ, ਉਹਨੂੰ ਲਾਹ ਦਿੰਦਾ ਹੈ। ਮਨ ਨਿਰਮਲ ਅਨਦਿਨ ਭਗਤੀ ਰਾਤਾ, ਜਿਸ ਮਨੁੱਖ ਦਾ ਮਨ ਨਿਰਮਲ ਹੈ, ਦਿਨ ਰਾਤ ਭਗਤੀ ਦੇ ਅੰਦਰ ਰਤਿਆ ਹੈ, ਕਹਿੰਦੇ ਭਗਤ ਕਰੇ ਹਰ ਪਾਵਣਿਆ, ਉਹ ਫਿਰ ਭਗਤੀ ਕਰਕੇ ਉਸ ਪਰਮਾਤਮਾ ਨੂੰ ਪਾਉਂਦਾ। ਵੇਖੋ ਇੱਥੇ ਭਗਤ ਜਿਹੜਾ ਹੈ ਨਾ, ਤੁਹਾਨੂੰ ਅੱਗੇ ਵੀ ਆਖਿਆ ਸੀ ਕਿ ਉਹ ਫਿਰ ਭਗਤ, ਆ ਵੇਖੋ ਇੱਥੇ ਭਗਤ ਦਾ ਅਰਥ ਹੈ ਭਗਤੀ, ਬੰਦਗੀ ਹੈ, ਦੋਨਾਂ ਦੇ ਕੋਈ ਅਰਥ ਹੈ ਦੋਵਾਂ ਦਾ। ਤੇ ਹੁਸ਼ਿਆਰੀ ਇੱਥੇ ਆ ਗਈ, ਇਹਦਾ ਅਰਥ ਆ ਗਿਆ ਭਗਤੀ। ਜਿਹੜਾ ਦਿਨ ਰਾਤ ਪਰਮਾਤਮਾ ਦੀ ਬੰਦਗੀ ਵਿੱਚ ਰਹਿੰਦਾ ਹੈ ਨਾ, ਫਿਰ ਉਹਨੂੰ ਪਰਮਾਤਮਾ ਮਿਲਦਾ ਹੈ। ਆਉ ਵਾਰੀ ਜੀਓ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿਨਾ ਭਗਤ ਜਨਾ ਕੋ ਸਾਧ ਨਮਸਕਾਰ ਕੀਜੈ, ਜੋ ਅਨਦਿਨ ਹਰ ਗੁਣ ਗਾਵਣਿਆ ਰਹਾਉ। ਕਹਿੰਦੇ ਹਉ ਵਾਰੀ ਜੀਓ ਵਾਰੀ, ਮੈਂ ਉਹਨਾਂ ਤੋਂ ਵਾਰੀ ਹਾਂ, ਕੁਰਬਾਨ ਹਾਂ। ਕਿਹਨਾਂ ਤੋਂ? ਆਪ ਭਗਤ ਕਰਨ, ਜਿਹੜੇ ਆਪ ਪ੍ਰਮਾਤਮਾ ਦੀ ਭਗਤੀ ਕਰਦੇ ਨੇ। ਅਵਰਾ ਭਗਤ ਕਰਾਵਣਿਆ, ਜਿਹੜੇ ਦੂਜਿਆਂ ਦੇ ਕੋਲੋਂ ਵੀ ਪ੍ਰਮਾਤਮਾ ਦੀ ਭਗਤੀ ਕਰਵਾਉਂਦੇ ਨੇ, ਉਹਨਾਂ ਤੋਂ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਵਾਰੀ ਹਾਂ, ਕੁਰਬਾਨ ਹਾਂ, ਸਦਕੇ ਹਾਂ, ਜਿਹੜੇ ਆਪ ਪ੍ਰਮਾਤਮਾ ਦੀ ਬੰਦਗੀ ਕਰਦੇ ਨੇ ਤੇ ਜਿਹੜੇ ਦੂਜਿਆਂ ਦੇ ਕੋਲੋਂ ਉਸ ਪ੍ਰਮਾਤਮਾ ਦੀ ਬੰਦਗੀ ਕਰਵਾਉਂਦੇ ਵੀ ਹਨ। ਕਹਿੰਦੇ ਕੁਰਬਾਨ ਹਾਂ ਉਹਨਾਂ ਤੋਂ, ਸਦਕੇ ਮੈਂ ਉਹਨਾਂ ਤੋਂ। ਨਾਲ ਕਹਿੰਦੇ ਤਿਨਾ ਭਗਤ ਜਨਾਂ ਕੋ ਸਦਾ ਨਮਸਕਾਰ ਕੀਜੈ, ਇਹੋ ਜਿਹੇ ਭਗਤ ਜਨਾਂ ਦੇ ਅੱਗੇ ਸਦਾ ਸਿਰ ਝੁਕਦਾ ਹੈ, ਉਹਨਾਂ ਨੂੰ ਸਦਾ ਨਮਸਕਾਰ ਕਰਨੀ ਬਣਦੀ ਹੈ। ਕਿਹਨਾਂ ਨੂੰ?
जो अनदिन हर गुण गावणिया, जेड़े दिन रात हर रोज हर वेले हर घड़ी हर गुण गावणिया उस परमात्मा के गुणां नूं गाउंदे हन, उस परमात्मा की जेड़े बंदगी करते हैं। रहाओ विश्राम दे के फिर कहते आपे करता कारण कराए, जित भावै तित कारੈ लाए। पूरै भाग गुर सेवा होवै, गुर सेवा ते सुख पावणिया। आपे करता कारण कराए, ਆਪ ਹੀ ਸਾਰਾ ਸਬੱਬ ਜਿਹੜਾ ਉਹ ਜੀਵਾਂ ਦੇ ਅੱਗੇ ਪੈਦਾ ਕਰਦਾ ਹੈ। ਉਹ ਆਪ ਹੀ ਸਾਰਾ ਕੁਝ ਦੇਖੋ, ਕਰਨ ਵਾਲਾ ਵੀ ਆਪ ਹੀ ਤੇ ਜੋ ਹੋ ਰਿਹਾ ਹੈ ਉਹਦਾ ਕਾਰਨ ਵੀ ਪ੍ਰਮਾਤਮਾ ਆਪ ਹੈ। ਗੁਰੂ ਸਾਹਿਬ ਨੇ ਸ਼ਬਦ ਵਰਤੇ ਨੇ ਉਸ ਵਾਸਤੇ ਕਿ ਕਰਨ ਕਾਰਨ ਸਭ ਆਪੇ ਕਰਨ, ਕਾਰਨ ਕਰਨ ਵਾਲਾ ਵੀ ਆਪ ਤੇ ਜੋ ਹੋ ਰਿਹਾ ਉਹਦਾ ਕਾਰਨ ਵੀ ਆਪ ਹੈ। ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ। ਜਿੱਥੇ ਜਿੱਥੇ ਪਾਉਂਦਾ ਹੈ ਉੱਥੇ ਉੱਥੇ ਉਹਨਾਂ ਜੀਵਾਂ ਨੂੰ ਉਸ ਕਾਰ ਤੇ ਲਾ ਦਿੰਦਾ ਹੈ। ਪੂਰਾ ਭਾਗ ਗੁਰ ਸੇਵਾ ਹੋਵੈ। ਅਸਲ ਵਿੱਚ ਭਾਗ ਭਲੇ ਹੋਣ ਤਾਂ ਹੀ ਗੁਰੂ ਦੀ ਸੇਵਾ ਹੁੰਦੀ ਏ, ਤੇ ਗੁਰ ਸੇਵਾ ਤੇ ਸੁਖ ਪਾਵਣਿਆ। ਤੇ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸਦਾ ਦੇ ਵਾਸਤੇ ਜਿਹੜੇ ਉਹ ਸੁੱਖ ਮਿਲਦੇ ਨੇ, ਆਤਮਿਕ ਸੁੱਖ ਸਦਾ ਦੇ ਵਾਸਤੇ ਉਹਨਾਂ ਦੇ ਅੰਦਰ ਜਿਹੜੇ ਉਹ ਆ ਕੇ ਟਿਕ ਜਾਂਦੇ ਨੇ। ਫਿਰ ਪਾਤਸ਼ਾਹ ਨੇ ਅਗਲੇ ਬੰਦ ਵਿੱਚ ਆਖਿਆ, ਕਹਿੰਦੇ ਮਰ ਮਰ ਜੀਵੈ ਤਾ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਗੁਰੂ ਸਾਹਿਬ ਕਹਿੰਦੇ ਗੁਰ ਪ੍ਰਸਾਦੀ ਹਰ ਮਨ ਵਸਾਏ, ਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਮਾਤਮਾ ਮਨ ਵਿੱਚ ਵਸਦਾ ਹੈ। ਸਦਾ ਮੁਕਤ, ਵਾਹਿਗੁਰੂ ਕਹਿੰਦੇ ਮਰ ਮਰ ਜੀਵੈ ਤਾਂ ਕਿਛ ਪਾਏ। ਪਹਿਲੀ ਪੰਕਤੀ ਮਰ ਮਰ ਜੀਵੈ, ਮਰ ਜੀਵੈ, ਮਰਨਾ ਕਿਹੜੇ ਪਾਸਿਓਂ? ਹਉਮੈ ਵਾਲੇ ਪਾਸਿਓਂ। ਮਰ ਮਰ ਜਿਹੜਾ ਮਨੁੱਖ ਹਉਮੈ ਨੂੰ ਮਾਰਦਾ ਹੈ ਨਾ ਵਾਰ-ਵਾਰ, ਤਾਂ ਉਹਨੂੰ ਕੁਛ ਪਾਏ, ਤਾਂ ਉਹਨੂੰ ਜੀਵਨ ਦਾ ਕੁਛ ਜਿਹੜਾ ਆਨੰਦ ਹੈ ਉਹ ਮਿਲਦਾ ਹੈ। ਗੁਰ ਪ੍ਰਸਾਦੀ ਹਰ ਮਨ ਵਸਾਏ, ਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਮਾਤਮਾ ਮਨ ਵਿੱਚ ਆ ਕੇ ਵਸਦਾ ਹੈ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ। ਜਿਹਨੇ ਆਪਣੇ ਮਨ ਦੇ ਅੰਦਰ ਉਹਨੂੰ ਵਸਾ ਲਿਆ ਨਾ, ਉਹ ਸਦਾ ਵਾਸਤੇ ਫਿਰ ਮੁਕਤ ਹੈ। ਸਦਾ ਮੁਕਤ ਹਰ ਮਨ ਵਸਾਏ, ਕਹਿੰਦੇ ਸਹਿਜੇ ਸਹਿਜ ਸਮਾਵਣਿਆ। ਫਿਰ ਸਹਿਜ ਅਵਸਥਾ ਦੇ ਅੰਦਰ ਟਿਕ ਕੇ ਉਸ ਪ੍ਰਮਾਤਮਾ ਦੇ ਅੰਦਰ ਉਹ ਜੀਵ ਜਿਹੜਾ ਹੈ ਉਹ ਸਮਾ ਜਾਂਦਾ ਹੈ। ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇ ਸੰਤਰ ਭਵੈ ਦੂਜੈ ਭਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾਵਣਿਆ। ਬਹੁ ਕਰਮ ਕਮਾਵੈ ਮੁਕਤ ਨਾ ਪਾਏ। ਭਗਤੀ ਤੋਂ ਬਿਨਾਂ ਇਨਸਾਨ ਜਿੰਨੇ ਵੀ ਕਰਮ ਕਰਦਾ ਹੈ ਨਾ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸੈ ਤਿਨ ਜਮ ਜਾਗਾਤੀ ਲੁਟੈ, ਗੁਰੂ ਸਾਹਿਬ ਨੇ ਕਿਹਾ ਜਿਹੜਾ ਹੋਰ ਕਰਮ ਜਿੰਨੇ ਵੀ ਨੇ ਉਹਨਾਂ ਵਿੱਚ ਮੁਕਤ ਨਾ ਪਾਏ, ਮੁਕਤੀ ਨਹੀਂ ਹੈ। ਤੇ ਸੰਤਰ ਭਵੈ ਦੂਜੇ ਭਾਏ ਖਵਾਏ, ਦੇਸ ਅੰਤਰ ਹੋਰ ਹੋਰ ਦੇਸ਼ ਹੋਰ ਹੋਰ ਥਾਵਾਂ ਤੇ ਉਹ ਭਟਕਦਾ ਹੈ, ਤੇ ਦੂਜੇ ਭਾਏ ਦੇ ਅੰਦਰ ਆ ਕੇ ਪ੍ਰਮਾਤਮਾ ਤੋਂ ਬਿਨਾਂ ਦੂਜਾ ਹੈ ਉਹਦੇ ਅੰਦਰ ਆ ਕੇ ਉਹ ਸਦਾ ਦੂਜੇ ਭਾਏ ਵਿੱਚ ਹਮੇਸ਼ਾ ਖੁਆਰ ਹੀ ਹੁੰਦਾ ਹੈ। ਬਿਰਥਾ ਜਨਮ ਗਵਾਇਆ ਕਪਟੀ, ਅਸਲ ਵਿੱਚ ਉਹ ਇਨਸਾਨ ਕਪਟੀ ਹੈ ਤੇ ਉਹਨੇ ਆਪਣਾ ਜੀਵਨ ਜਿਹੜਾ ਉਹ ਵਿਅਰਥ ਗਵਾ ਲਿਆ ਹੈ। ਬਿਨ ਸ਼ਬਦ ਹੈ ਦੁੱਖ ਪਾਵਣਿਆ। ਗੁਰੂ ਦੇ ਸ਼ਬਦ ਤੋਂ ਬਿਨਾਂ ਉਹ ਜੀਵ, ਉਹ ਇਨਸਾਨ ਸਦਾ ਦੁੱਖ ਹੀ ਪਾਉਂਦਾ ਹੈ। ਉਹਨੂੰ ਹਮੇਸ਼ਾ ਗੁਰੂ ਤੋਂ ਬਿਨਾਂ ਦੁੱਖ ਹੀ ਮਿਲਦੇ ਹਨ। ਧਾਵਤ ਰਾਖੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਧਾਵਤ ਰਾਖੈ ਠਾਕ ਰਹਾਏ। ਧਾਵਤ ਮਨ ਦੌੜਦਾ ਹੈ ਸਾਡਾ, ਜਿਹੜਾ ਉਹਨੂੰ ਟਿਕਾ ਕੇ ਰੱਖਦਾ ਹੈ। ਜਿਹੜਾ ਜੀਵ ਉਸ ਦੌੜਦੇ ਹੋਏ ਮਨ ਨੂੰ ਟਿਕਾ ਕੇ ਰੱਖ ਲੈਂਦਾ ਹੈ, ਗੁਰ ਪ੍ਰਸਾਦੀ ਪਰਮ ਪਦ ਪਾਏ, ਤੇ ਗੁਰੂ ਦੀ ਕਿਰਪਾ ਨਾਲ ਉਹ ਪਰਮ ਪਦ ਹਾਸਲ ਕਰ ਲੈਂਦਾ। ਆਤਮਿਕ ਉੱਚਾ ਜੀਵਨ ਦਾ ਦਰਜਾ ਜਿਹੜਾ ਉਹਨੂੰ ਮਿਲ ਜਾਂਦਾ ਹੈ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਗੁਰੂ ਆਪ ਹੀ ਮਿਲਾਉਂਦਾ, ਪਰਮਾਤਮਾ ਦੇ ਚਰਨਾਂ ਨਾਲ ਜੀਵ ਨੂੰ ਆਪ ਹੀ ਮਿਲਾਉਂਦਾ ਹੈ, ਤੇ ਮਿਲ ਪ੍ਰੀਤਮ ਜਿਹੜੇ ਮਿਲ ਪੈਂਦੇ ਨੇ ਸੁਖ ਪਾਵਣਿਆ। ਅਸਲ ਵਿੱਚ ਸੁਖ ਫਿਰ ਉਹਨਾਂ ਜੀਵਾਂ ਨੂੰ ਹੀ ਮਿਲਦਾ ਹੈ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ। ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ। ਇੱਕ ਕੂੜ ਲਾਗੇ, ਇੱਕ ਝੂਠ ਵਾਲੇ ਪਾਸੇ ਲੱਗ ਗਏ, ਕੂੜੇ ਫਲ ਪਾਏ।
ਅਸਲ ਵਿੱਚ ਜਿਹੜਾ ਨਾਸ਼ਵੰਤ ਸੰਸਾਰ ਵੱਲ ਲੱਗ ਗਿਆ, ਵੇਖੋ ਜਿੰਨੇ ਜੋ ਬੀਜਿਆ ਉਹਨੂੰ ਉਹ ਮਿਲੇਗਾ, ਜੇ ਕੂੜ ਬੀਜਿਆ ਕੂੜ ਹੀ ਮਿਲੇਗਾ, ਕੂੜੇ ਫਲ ਪਾਏ। ਉਹ ਨਾਸ਼ਵੰਤ ਸੰਸਾਰ ਮਨ ਲੱਗ ਗਏ ਤੇ ਉਹੀ ਫਲ ਉਹਨਾਂ ਨੂੰ ਪ੍ਰਾਪਤ ਮਿਲ ਜਾਂਦਾ ਹੈ, ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਦੂਜੇ ਭਾਏ ਬਿਰਥਾ ਜਨਮ ਗਵਾਏ, ਉਹ ਫਿਰ ਦੂਜੇ ਭਾਵ ਦੇ ਅੰਦਰ ਮਾਇਆ ਦੇ ਮੂਹ ਵਿੱਚ ਆਪਣਾ ਜਨਮ ਉਹਨਾਂ ਦਾ ਵਿਅਰਥ ਚਲਾ ਜਾਂਦਾ ਹੈ। ਆਪ ਡੁੱਬੇ ਸਗਲੇ ਕੁੱਲ ਡੁੱਬੇ, ਉਹ ਆਪ ਵੀ ਡੁੱਬਦੇ ਨੇ ਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਵੀ ਉਹ ਡੋਬ ਲੈਂਦੇ ਨੇ, ਆਪ ਵੀ ਡੁੱਬਦੇ ਨੇ ਤੇ ਕੁੱਲਾਂ ਨੂੰ ਡੋਬਦੇ ਨੇ। ਕੂੜ ਬੋਲ ਬਿਖ ਖਾ ਬਣਿਆ, ਨਾਲ ਬਾਦਸ਼ਾਹ ਕਹਿੰਦੇ, ਬਿਖ ਕਹਿੰਦੇ ਨੇ ਜ਼ਹਿਰ, ਅਸਲ ਚ ਉਹਨਾਂ ਨੇ ਕੂੜ ਬੋਲ ਬਿਖ ਖਾ ਬਣਿਆ, ਬਿਖ ਨੂੰ ਹੀ ਆਪਣੀ ਜਿਹੜੀ ਹੈ ਜ਼ਹਿਰ ਨੂੰ ਹੀ ਆਪਣਾ ਜੀਵਨ ਜਿਹੜਾ ਉਹਨਾਂ ਨੇ ਬਣਾ ਲਿਆ। ਫਿਰ ਬਾਦਸ਼ਾਹ ਕਹਿੰਦੇ, ਇਹ ਤਨ ਮਹਿ ਮਨ ਕੋ ਗੁਰਮੁਖ ਦੇਖੈ, ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ, ਭਾਏ ਭਗਤ ਜਾ ਹਉ ਮੈਂ ਸੋਖੈ, ਸਿੱਧ ਸਾਧਿਕ ਮੋਨ ਧਾਰੀ ਰਹੇ ਲਿਵ ਲਾਏ, ਤਿਨ ਪੀ ਤਨ ਮਹਿ ਮਨ ਨਾ ਦਿਖਾ ਬਣਿਆ, ਇਸ ਤਨ ਮਹਿ ਮਨ ਕੋ ਗੁਰਮੁਖ ਦੇਖੈ। ਇਹ ਤਨ ਦੇ ਅੰਦਰ ਜਿਹੜਾ ਮਨ ਨੂੰ ਕੋਈ ਗੁਰਮੁਖੀ ਗੁਰੂ ਵਾਲਾ ਹੀ ਦੇਖ ਸਕਦਾ ਹੈ। ਫਿਰ ਸਮਝੋ, ਫਿਰ ਧਿਆਨ ਨਾਲ ਸਮਝੀਏ, ਮਨ ਇਸ ਤਨ ਦੇ ਅੰਦਰ ਹੀ ਹੈ, ਪਰ ਉਹਨੂੰ ਦੇਖ ਕੌਣ ਸਕਦਾ ਹੈ? ਗੁਰਮੁਖ ਜਿਹੜਾ ਗੁਰੂ ਵਾਲਾ ਬਣ ਗਿਆ। ਸਾਇੰਸ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਜਿੰਨੀ ਦੇਰ ਗੁਰੂ ਵਾਲਾ ਨਹੀਂ ਨਾ ਬਣਿਆ ਜਾਂਦਾ, ਉਨੀ ਦੇਰ ਮਨ ਦੀ ਨਜ਼ਰ ਆਉਂਦਾ। ਭਾਏ ਭਗਤ ਜਾਂ ਹਉ ਮੈਂ ਸੁਖ ਹੈ, ਪਰ ਇਹ ਉਦੋਂ ਹੀ ਹੁੰਦਾ ਹੈ ਜਦੋਂ ਇਨਸਾਨ ਪ੍ਰੇਮਾ ਭਗਤੀ ਵਿੱਚ ਜੁੜਦਾ ਹੈ ਤੇ ਆਪਣੇ ਅੰਦਰ ਦੀ ਹਉਮੈ ਨੂੰ ਖਤਮ ਕਰ ਲੈਂਦਾ ਹੈ, ਤਾਂ ਗੁਰੂ ਦੀ ਕਿਰਪਾ ਨਾਲ ਤਨ ਦੇ ਅੰਦਰੋਂ ਮਨ ਦਿਸਦਾ ਹੈ। ਨਹੀਂ ਤੇ ਕਹਿੰਦੇ ਸਿੱਧ ਸਾਧਕ ਮੋਨ ਧਾਰੀ ਰਹੇ ਲਿਵ ਲਾਏ, ਬੜੇ ਸਿੱਧ ਬੜੇ ਸਾਧਕ ਬੜੇ ਮੋਨ ਧਾਰੀ ਕਹਿੰਦੇ ਜਿਹੜੇ ਚੁੱਪ ਰਹਿਣ ਵਾਲੇ ਨੇ, ਇਹਨਾਂ ਸਦਾ ਹੀ ਲਿਵ ਲਾ ਕੇ ਬੜਾ ਜ਼ੋਰ ਲਾਇਆ, ਤਿੰਨ ਵੀ ਤਨ ਮੈਂ ਮਨ ਨਾ ਦਿਖਾ, ਫਿਰ ਵੀ ਉਹ ਆਪਣੇ ਮਨ ਨੂੰ ਤਨ ਦੇ ਅੰਦਰ ਆਪਣੇ ਮਨ ਨੂੰ ਟਿਕਿਆ ਨਹੀਂ ਦੇਖ ਸਕੇ, ਉਹਨਾਂ ਜ਼ੋਰ ਬੜਾ ਲਾਇਆ। ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕਿ ਇਹ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਨਾਲ ਹੀ ਹੁੰਦਾ ਹੈ। ਫਿਰ ਬਾਦਸ਼ਾਹ ਜੀ ਨੇ ਆਖਿਆ, ਕਹਿੰਦੇ ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤਾ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮੇਰੇ ਬਾਦਸ਼ਾਹ ਕਹਿੰਦੇ ਕਿ ਵੇਖੋ ਜ਼ੋਰ ਬੜਿਆਂ ਨੇ ਲਾਇਆ, ਪਰ ਆਪ ਕਰਾਏ ਕਰਤਾ ਸੋਈ। ਉਹ ਜਿਹਨੂੰ ਆਪ ਕਰਾਉਂਦਾ ਹੈ ਨਾ, ਉਹੀ ਮਨ ਨੂੰ ਵਸ ਕਰਦਾ। ਮਨ ਵਸਾਵੈ ਨਾਨਕਾ, ਤਾਂ ਹੀ ਹੁੰਦਾ ਜਿਹਨੂੰ ਆਪ ਕਰਾਏ ਕਰਤਾ ਸੋਈ, ਜਿਹਦੇ ਆਪ ਵਸ ਕਰਾ ਦਿੰਦਾ ਹੈ। ਹੋਰ ਕੇ ਕਰਾਏ ਕੀਤਾ ਕਹਿ ਹੋਈ, ਕਹਿੰਦੇ ਹੋਰ ਕੀ ਕਰਾਏ, ਹੋਰ ਕਿਸੇ ਦੇ ਕੀਤੇ ਕੁਛ ਨਹੀਂ ਹੋ ਸਕਦਾ। ਜਿਹਦੇ ਤੇ ਕਿਰਪਾ ਕਰਦਾ ਹੈ, ਜਿਹਦੇ ਮਨ ਨੂੰ ਵਸ ਵਿੱਚ ਉਹ ਕਰ ਦਿੰਦਾ ਹੈ, ਉਹਦੇ ਮਨ ਵਸ ਵਿੱਚ ਆ ਜਾਂਦਾ ਹੈ। ਹੋਰ ਕਿਸੇ ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਜਿਸ ਮਨੁੱਖ ਨੂੰ ਪ੍ਰਮਾਤਮਾ ਆਪਣੇ ਨਾਮ ਦੀ ਦਾਤ ਦਿੰਦਾ ਹੈ, ਉਹ ਵੀ ਕਰ ਲੈਂਦਾ ਹੈ, ਉਹਨੂੰ ਹੀ ਮਿਲਦਾ ਹੈ। ਸਿਮਰਨ ਨਾਮੋ ਮਨ ਵਸਾਵਣਿਆ, ਤੇ ਕਹਿੰਦੇ ਨਾਮ ਦੇ ਨਾਲ ਹੀ ਉਹ ਜਿਹੜਾ ਪ੍ਰਮਾਤਮਾ ਹੈ ਨਾ, ਇਸ ਜੀਵ ਦੇ ਮਨ ਦੇ ਅੰਦਰ ਆ ਕੇ ਵਸ ਜਾਂਦਾ। ਨਾਮ ਤੋਂ ਬਿਨਾਂ ਪ੍ਰਮਾਤਮਾ ਇਸ ਹਿਰਦੇ ਦੇ ਅੰਦਰ ਨਹੀਂ ਵਸ ਸਕਦਾ। ਤੇ ਇਹ ਨਾਲ ਹੀ ਮੇਰੇ ਪਾਤਸ਼ਾਹ ਨੇ ਜਿਹੜੇ ਬੋਲ ਗਏ ਨੇ ਨਾ, ਆਖਿਆ ਭਾਈ ਗੁਰੂ ਦੀ ਕਿਰਪਾ ਤੋਂ ਬਿਨਾਂ, ਗੁਰੂ ਦੀ ਰਹਿਮਤ ਤੋਂ ਬਿਨਾਂ ਇਹ ਵੀ ਨਹੀਂ ਹੋ ਸਕਦਾ। ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਿਨਾਂ ਨਾ ਪ੍ਰਮਾਤਮਾ ਮਿਲਦਾ ਹੈ, ਨਾ ਹੀ ਜਿਹੜਾ ਮਨ ਹੈ ਉਹ ਟਿਕਾਊ ਵਿੱਚ ਆਉਂਦਾ ਹੈ। ਸੋ ਸਤਿਗੁਰੂ ਰਹਿਮਤ ਕਰਨ। ਇਹਨੀਆਂ ਕੁਝ ਬੇਨਤੀਆਂ ਨੇ ਉਹ ਅੱਜ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਕਿਉਂਕਿ ਗੁਰੂ ਸ਼ਬਦ ਹੈ ਤੇ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਜਿਹੜੀਆਂ ਨੇ ਉਹ ਬੇਅੰਤ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਸਤਿਗੁਰੂ ਰਹਿਮਤ ਕਰਨ। ਬਾਕੀ ਜੋ ਵਿਚਾਰ ਹੈ ਇਸ ਤੋਂ ਅਗਲੀ ਬਾਣੀ ਦੀ ਸੰਥਿਆ ਉਹ ਆਪਾਂ ਕੱਲ ਸ਼ਾਮ ਦੀ ਕਲਾਸ ਵਿੱਚ ਕਰਾਂਗੇ ਜੀ। ਅਖੀਰ ਤੇ ਕਰੋ ਗੁਰੂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।